ਪੰਕਜ ਬੰਦਨਾ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਨੀਸਾ ਜਿਨ ਕੇ ਸਿਦਕ ਨ ਸਾਵਤੀ ਕਾ ਤੁਰ ਜੰਜਾਲੀ ਭਟਕਤ ਜਨਮ ਰੋ ਮਰਨ ਮੈਂ ਸੁਖ ਤੇ ਨਿਤ ਖਾਲੀ ਗੁਰੂ ਕਰੇ ਸੰਗਤ ਸਹਿਤ ਚਿਰਕਾਲ ਉਡੀਕੈ ਖੋੜਸ ਤਤਨ ਦੇਹ ਧਰ ਥਿਰ ਰਹਿ ਸੋ ਨੀਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਤਿਗੁਰੂ ਪਾਤਸ਼ਾਹ ਜੀਆਂ ਨੇ ਮਹਾਨ ਕਿਰਪਾ ਕਰਦਿਆਂ ਹੋਇਆਂ ਸਤ ਸੰਗਤ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਗੁਰਬਾਣੀ ਕੀਰਤਨ ਦੀਆਂ ਦਾਤਾਂ ਆਪ ਸੰਗਤਾਂ ਨੇ ਸਰਵਣ ਕੀਤੀਆਂ। ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰਨ ਵਾਸਤੇ ਜੁੜੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਸ਼ਹੀਦ ਕਿਹਨਾਂ ਨੂੰ ਆਖਿਆ ਜਾਂਦਾ ਹੈ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੱਸਦੇ ਪਏ, ਕਹਿਣ ਲੱਗੇ ਸ਼ਹੀਦ ਉਹ ਨੇ ਜਿਨ੍ਹਾਂ ਦੇ ਕੋਲ ਸਤ ਸੰਤੋਖ ਹੈ, ਜਿਨ੍ਹਾਂ ਦੇ ਕੋਲ ਕਹਿ ਲਈਏ ਨਾਮ ਹੈ, ਜਿਨ੍ਹਾਂ ਦੇ ਕੋਲ ਮਨ ਟਿਕਿਆ ਹੈ, ਜਿਹੜੇ ਹੁਕਮ ਨੂੰ ਮੰਨਦੇ ਪਏ, ਜਿਨ੍ਹਾਂ ਨੇ ਸਿਦਕ ਰੱਖਿਆ, ਜਿਹੜੇ ਜੰਗ ਦੇ ਵਿੱਚ ਧਰਮ ਦਾ ਜੰਗ ਕਰਕੇ ਸ਼ਹੀਦ ਹੁੰਦਾ।
ਇਹ ਬਚਨ ਆਪਾਂ ਪਿੱਛੇ ਸਰਵਣ ਕੀਤੇ ਨੇ। ਇਥੋਂ ਅੱਗੇ ਮਹਾਰਾਜ ਮਹਾਨ ਕਿਰਪਾ ਕਰ ਰਹੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਕੇ ਸਿਦਕ ਨਾ ਸਾਵਤੀ ਕਾ ਤੁਰ ਜੰਜਾਲੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਕਾਇਰ ਨੇ, ਜਿਹੜੇ ਮਨਮੁਖ ਨੇ, ਉਹਨਾਂ ਦੀ ਗੱਲ, ਉਹਨਾਂ ਦਾ ਜੀਵਨ। ਜਿਨ ਕੇ ਸਿਦਕ ਨਾ ਸਾਬਤੀ, ਜਿਨ੍ਹਾਂ ਦਾ ਸਿਦਕ ਸਾਬਤ ਨਹੀਂ ਹੈ, ਜਿਨ੍ਹਾਂ ਨੂੰ ਭਰੋਸਾ ਨਹੀਂ ਹੈ, ਉਹਨੇ ਸੰਸਾਰ ਵਿੱਚ, ਉਹਨਾਂ ਨੂੰ ਕਿਹਾ ਜਾਂਦਾ ਕਾਤੁਰ, ਤੇ ਧੰਦਿਆਂ ਦੇ ਵਿੱਚ ਫਸੇ ਹੋਏ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲਿਖਿਆ ਨਾ, ਅਸੰਖ ਜਪ ਅਸੰਖ ਭਾਉ, ਉਥੇ ਨਾਲ ਹੀ ਮਹਾਰਾਜ ਨੇ ਇਹ ਵੀ ਲਿਖਿਆ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਕਿਸ ਤਰ੍ਹਾਂ ਦੀ ਸ੍ਰਿਸ਼ਟੀ ਹੈ ਦੁਨੀਆ ਦੇ ਵਿੱਚ। ਜਪ ਕਰਨ ਵਾਲੇ, ਤਪ ਕਰਨ ਵਾਲੇ, ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਉਹ ਵੀ ਬੇਅੰਤ ਨੇ। ਤੇ ਦੂਜੇ ਪਾਸੇ ਦੁਨੀਆ ਵਿੱਚ ਮੂਰਖਾਂ ਦੀ ਕਮੀ ਕੋਈ ਨਹੀਂ ਹੈ, ਪਾਪੀਆਂ ਦੀ ਕਮੀ ਕੋਈ ਨਹੀਂ ਹੈ, ਨੀਚ ਜੀਵਨ ਵਾਲਿਆਂ ਦੀ ਕਮੀ ਕੋਈ ਨਹੀਂ ਹੈ। ਦੂਜੇ ਪਾਸੇ ਉਹ ਵੀ ਬੇਅੰਤ ਨੇ। ਮਹਾਰਾਜ ਨੇ ਪਹਿਲਾਂ ਤੇ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਮਨ ਟਿਕਿਆ ਹੋਇਆ, ਜਿਹੜੇ ਸਿਦਕੀ ਨੇ, ਜਿਨ੍ਹਾਂ ਨੇ ਧਰਮ ਦਾ ਜੰਗ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਹੁਣ ਦੂਸਰਾ ਪਹਿਲੂ ਵੀ ਰੱਖਦੇ, ਕਹਿਣ ਲੱਗੇ ਦੁਨੀਆ ਵਿੱਚ ਉਹ ਵੀ ਨੇ ਜਿਨ੍ਹਾਂ ਦਾ ਸਿਦਕ ਸਾਬਤ ਨਹੀਂ ਹੈ, ਤੇ ਕਾਤੁਰ ਨੇ, ਜੰਗ ਨੂੰ ਵੇਖ ਕੇ ਡਰਨ ਵਾਲੇ, ਭੱਜਣ ਵਾਲੇ, ਤੇ ਜੰਜਾਲੀ ਕਹੀਏ ਜਿਹੜੇ ਜੰਜਾਲਾਂ ਵਿੱਚ ਫਸੇ ਹੋਏ ਹਨ। ਭਟਕਤ ਜਨਮ ਰੋ ਮਰਨ ਮਹਿ ਸੁਖ ਤੈਨਿਤ ਖਾਲੀ। ਸਤਿਗੁਰੂ ਕਹਿਣ ਲੱਗੇ ਉਹ ਲੋਕ ਜੰਮਣ ਤੇ ਮਰਨ ਦੇ ਵਿੱਚ ਭਟਕਦੇ ਨੇ, ਜਿਨ੍ਹਾਂ ਦੇ ਕੋਲ ਸਿਦਕ ਨਹੀਂ ਹੈ ਨਾ, ਜਿਹੜੇ ਕਾਇਰ ਨੇ, ਉਹ ਜੰਮ ਕੇ ਆਉਣਗੇ, ਮਰ ਕੇ ਜਾਣਗੇ, ਫਿਰ ਜੰਮਦੇ ਨੇ, ਫਿਰ ਮਰਦੇ ਨੇ। ਜੰਮ ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਮਹਾਰਾਜ ਦਾ ਇਹ ਬਚਨ ਹੈ। ਜਿਹੜਾ ਕਾਇਰ ਹੈ, ਜਿਹਦਾ ਸਿਦਕ ਨਹੀਂ ਹੈ, ਉਹ ਦੁਨੀਆ ਵਿੱਚ ਵਾਰ-ਵਾਰ ਜਨਮ ਲੈ ਕੇ ਆਉਂਦਾ, ਮਰ ਕੇ ਜਾਂਦਾ, ਭਟਕਦਾ ਹੈ। ਤੇ ਮਹਾਰਾਜ ਕਹਿਣ ਲੱਗੇ ਸੁਖ ਤੇ ਨਿਤ ਖਾਲੀ। ਕਿਸੇ ਵੀ ਜਨਮ ਦੇ ਵਿੱਚ ਸੁਖ ਕੋਈ ਨਹੀਂ ਹੈ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਚੋਟਾਂ ਤੋਂ ਭਾਵ ਹੁੰਦਾ ਵੀ ਡੰਡ ਮਿਲਣਾ, ਠੋਕਰਾਂ ਵੱਜਣੀਆਂ, ਬੇਪਤੀ ਹੋਣੀ। ਮਨਮੁਖ ਦੀ ਹਰੇਕ ਜਨਮ ਦੇ ਵਿੱਚ ਬੇਪਤੀ ਹੁੰਦੀ ਹੈ, ਠੋਕਰਾਂ ਹੀ ਪੈਂਦੀਆਂ, ਲਾਹਣਤਾਂ ਹੀ ਪੈਂਦੀਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਿਦਕ ਤੋਂ ਖਾਲੀ ਨੇ, ਇੱਕ ਤੇ ਜੰਮਣ ਮਰਨ ਦੇ ਵਿੱਚ ਪੈਂਦੇ ਨੇ, ਦੂਜਾ ਉਹ ਸੁੱਖਾਂ ਤੋਂ ਖਾਲੀ ਰਹਿੰਦੇ, ਸੁੱਖ ਨਹੀਂ ਮਿਲਦਾ ਹੈ। ਗੁਰੂ ਖਰੇ ਸੰਗਤ ਸਹਿਤ ਚਿਰਕਾਲ ਉਡੀਕੈ। ਪਰ ਦਸਵੇਂ ਪਾਤਸ਼ਾਹ ਕਹਿਣ ਲੱਗੇ ਵੀ ਜਿਸ ਸਰੀਰ ਦੇ ਵਿੱਚ ਸਾਡਾ ਬਖਸ਼ਿਸ਼ ਕੀਤਾ ਹੋਇਆ ਅੰਮ੍ਰਿਤ ਮੂੰਹ ਦੇ ਵਿੱਚ ਪੈਂਦਾ ਹੈ, ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖ ਬਣ ਗਿਆ ਨਾ, ਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਅੰਮ੍ਰਿਤ ਛਕ ਲਿਆ, ਤੇ ਸਤਿਗੁਰੂ ਕਹਿਣ ਲੱਗੇ ਅਸੀਂ ਸੰਗਤ ਦੇ ਸਮੇਤ ਉਹਦੀ ਉਡੀਕ ਕਰਦੇ ਹਾਂ। ਮੰਨ ਲਓ ਕਿ ਗੁਰੂ ਦਾ ਅੰਮ੍ਰਿਤ ਛਕਿਆ, ਕਿਸੇ ਟਾਈਮ ਕੋਈ ਜੀਵਨ ਕਾਲ ਦੇ ਵਿੱਚ ਕੋਈ ਪਾਪ ਇਹੋ ਜਿਹਾ ਹੋ ਜਾਵੇ ਵੀ ਉਸ ਪਾਪ ਦੇ ਕਰਕੇ ਅੱਗੇ ਜਨਮ ਲੈਣਾ ਪਵੇ, ਉਸ ਪਾਪ ਦਾ ਜਨਮ ਭੁਗਤਣ ਮਗਰੋਂ ਹੋ ਸਕਦਾ ਹੈ ਇਹ ਦੁਬਾਰਾ ਫਿਰ ਕਿਸੇ ਮਨੁੱਖਾ ਜਨਮ ਦੇ ਵਿੱਚ ਆ ਕੇ ਚੰਗਾ ਕਰਮ ਕਰੇ ਤੇ ਸਾਡੇ ਤੱਕ ਪਹੁੰਚ ਜਾਏ। ਭਗਤਾਂ ਨੇ ਬਚਨ ਕੀਤੇ, ਕਹਿਣ ਲੱਗੇ ਕਿ ਇਹ ਜਿਹੜੀ ਮਨੁੱਖਾ ਦੇਹੀ ਹੈ, ਇਸ ਦੇਹੀ ਦੇ ਵਿੱਚ ਨਾਮ ਜਪਿਆ ਜਾ ਸਕਦਾ, ਨਾਮ ਜਪ ਕੇ ਮੁਕਤ ਹੋਇਆ ਜਾ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਅਸੀਂ ਜਿਹੜੇ ਸਿੱਖ ਨੇ ਅੰਮ੍ਰਿਤ ਛਕ ਲਿਆ, ਉਹਨੂੰ ਅਸੀਂ ਸੰਗਤ ਦੇ ਸਮੇਤ ਹੋ ਕੇ ਬੜਾ ਲੰਮਾ ਸਮਾਂ ਉਡੀਕਦੇ ਹਾਂ। ਇਸ ਜਨਮ ਦੇ ਵਿੱਚ ਇਸਨੇ ਕਮਾਈ ਕਰਕੇ ਸਾਡੇ ਕੋਲ ਆਉਣਾ ਨਹੀਂ ਆ ਸਕਿਆ, ਕੋਈ ਪਾਪ ਕਰਮ ਹੋ ਗਿਆ, ਅੱਗੇ ਇੱਕ ਜਨਮ ਮਿਲ ਗਿਆ, ਦੂਜਾ ਜਨਮ ਮਿਲ ਗਿਆ, ਤੀਜਾ ਜਨਮ ਮਿਲ ਗਿਆ, ਪਰ ਸਤਿਗੁਰੂ ਉਡੀਕਦੇ ਨੇ ਆਪਣੇ ਸਿੱਖ ਨੂੰ ਕਿ ਕਦੋਂ ਇਹ ਦੁਬਾਰਾ ਆਪਣੇ ਭੁੱਲ ਦੀ ਗਲਤੀ ਬਖਸ਼ਾ ਕੇ ਫਿਰ ਗੁਰੂ ਵਾਲਾ ਬਣ ਕੇ ਫਿਰ ਬਾਣੀ ਨਾਮ ਦੀ ਕਮਾਈ ਕਰੇ ਤੇ ਸਾਡੇ ਕੋਲ ਪਹੁੰਚੇ।
ਦਸਵੇਂ ਪਾਤਸ਼ਾਹ ਕਹਿਣ ਲੱਗੇ ਜਿਹਦੇ ਮੁਖ ਵਿੱਚ ਅੰਮ੍ਰਿਤ ਚਲਾ ਗਿਆ ਉਹਨੂੰ ਅਸੀਂ ਸੰਗਤ ਦੇ ਸਮੇਤ ਖੜ ਕੇ ਉਡੀਕਦੇ ਹਾਂ ਕਿ ਕਦੋਂ ਸਾਡੇ ਨਾਲ ਆ ਕੇ ਮਿਲੇ, ਕਦੋਂ ਪਹੁੰਚਣਾ ਕਰੇ। ਖੋੜਸ ਤਤਨ ਦੇਹ ਧਰ ਥਿਰ ਰਹਿ ਸੁਨੀਕੇ। ਸੋ ਕਹਿਣ ਲੱਗੇ ਵੀ ਇਹ ਜਿਹੜੀ ਦੇਹ ਹੈ ਨਾ, ਜਿਸ ਨੂੰ ਸੂਖਸ਼ਮ ਸਰੀਰ ਕਿਹਾ ਜਾਂਦਾ ਹੈ, ਸੂਖਸ਼ਮ ਸਰੀਰ ਜਿਹੜਾ ਉਸ ਨੂੰ 16 ਤੱਤਾਂ ਦੀ ਦੇਹ ਲਿਖਿਆ ਹੈ। ਤੇ ਇਸ ਦੇਹ ਨੂੰ ਜਿਹੜਾ ਹੈ, ਉਹ ਜਿਹੜਾ ਵਿਅਕਤੀ ਸੰਸਾਰ ਤੋਂ ਸਰੀਰ ਛੱਡ ਕੇ ਜਾਂਦਾ, ਕਹਿਣ ਲੱਗੇ ਵੀ ਉਸ ਨੂੰ ਠਹਿਰਨ ਵਾਸਤੇ ਭਲੀ ਪ੍ਰਕਾਰ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਹਿਤ ਸਹਾਇਤਾ ਹਮ ਤਹਾਂ ਤਬਨੈ ਸਹਾਈ। ਸਤਿਗੁਰੂ ਕਹਿਣ ਲੱਗੇ ਵੀ ਅਸੀਂ ਆਪਣੇ ਸਿੱਖ ਦੀ ਸਹਾਇਤਾ ਕਰਨ ਵਾਸਤੇ ਖੜੇ ਰਹਿੰਦੇ ਹਾਂ। ਕਾਹਦੇ ਵਾਸਤੇ? ਕਿ ਇਹ ਸਾਡਾ ਸਿੱਖ ਅੰਮ੍ਰਿਤ ਇਸ ਨੇ ਪਾਨ ਕੀਤਾ ਹੈ, ਕੋਈ ਗੁਨਾਹ ਕਰ ਬੈਠਾ ਹੈ, ਕੋਈ ਗਲਤੀ ਕਰ ਬੈਠਾ ਹੈ, ਜੰਮਣ ਮਰਨ ਦੇ ਵਿੱਚ ਪੈ ਗਿਆ, ਭਟਕ ਗਿਆ ਆਪਣੇ ਜੀਵਨ ਤੋਂ, ਜਾਂ ਆਪਾਂ ਕਹਿ ਲਈਏ ਵੀ ਇਹ ਲੀਹ ਤੋਂ ਇਹਦੀ ਗੱਡੀ ਥੱਲੇ ਉਤਰ ਗਈ ਹੈ, ਪਟੜੀ ਤੋਂ ਇੱਕ ਵਾਰੀ ਥੱਲੇ ਉਤਰਿਆ, ਪਰ ਮਹਾਰਾਜ ਉਸ ਦੀ ਉਡੀਕ ਕਰਦੇ ਕਿ ਕਦੋਂ ਇਹਦੇ ਜੀਵਨ ਦੀ ਗੱਡੀ ਫਿਰ ਪਟੜੀ ਦੇ ਉੱਪਰ ਚੜ੍ਹੇ ਤੇ ਸਾਡੇ ਕੋਲ ਆ ਕੇ ਪਹੁੰਚੇ। ਸਤਿਗੁਰੂ ਕਹਿਣ ਲੱਗੇ ਉਹਦੀ ਸਹਾਇਤਾ ਵਾਸਤੇ ਅਸੀਂ ਉੱਥੇ ਖੜੇ ਹਾਂ ਵੀ ਇੱਕ ਵਾਰੀ ਇਹ ਸਾਡੇ ਵੱਲ ਕਦਮ ਪਟੇ ਤੇ ਫਿਰ ਅਸੀਂ ਅੱਗੋਂ ਇਸ ਨੂੰ ਜਾ ਕੇ ਪ੍ਰਾਪਤ ਕਰੀਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਅਸੀਂ ਦੁਨਿਆਵੀ ਗੱਲ ਕਰੀਏ ਉੱਥੇ ਵੀ ਗੁਰੂ ਆ ਕੇ ਬਾਂਹ ਫੜਦਾ, ਤੇ ਜੇ ਅਸੀਂ ਪਰਲੋਕ ਦੀ ਗੱਲ ਕਰੀਏ, ਗੁਰੂ ਕਾ ਸਿੱਖ ਕੋਈ ਚੰਗਾ ਕਰਮ ਕਰਕੇ ਗੁਰੂ ਵੱਲ ਇੱਕ ਕਦਮ ਵੀ ਤੁਰਦਾ ਹੈ, ਗੁਰੂ ਆਪਣੇ ਸਿੱਖ ਨੂੰ ਪ੍ਰਾਪਤ ਕਰਨ ਵਾਸਤੇ ਕਈ ਕਦਮ ਅੱਗੋਂ ਸਿੱਖ ਨੂੰ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ ਆਉਂਦੇ ਨੇ। ਮਹਾਰਾਜ ਕਹਿਣ ਲੱਗੇ ਵੀ ਅਸੀਂ ਆਪਣੇ ਸਿੱਖ ਦੀ ਸਹਾਇਤਾ ਵਾਸਤੇ ਖੜ ਕੇ ਉਸ ਦਾ ਇੰਤਜ਼ਾਰ ਕਰਦੇ ਹਾਂ। 10 ਸਹੰਸਰ ਸੰਮਤ ਲਗਾ ਦੇਖੋ ਦ੍ਰਿਗਲਾਈ। ਤੇ ਸਤਿਗੁਰਾਂ ਨੂੰ ਪੁੱਛਿਆ ਵੀ ਮਹਾਰਾਜ ਵੀ ਤੁਸੀਂ ਕਿੰਨਾ ਕੁ ਸਮਾਂ ਉਡੀਕਦੇ ਹੋ ਸਿੱਖ ਨੂੰ? ਜਿਹੜਾ ਸਿੱਖ ਤੁਹਾਡਾ ਅੰਮ੍ਰਿਤ ਦੀ ਦਾਤ ਲੈ ਲੈਂਦਾ ਹੈ, ਉਹਨੂੰ ਕਿੰਨਾ ਕੁ ਸਮਾਂ ਆਪ ਜੀ ਉਡੀਕਦੇ ਹੋ? ਮਹਾਰਾਜ ਕਹਿਣ ਲੱਗੇ ਅਸੀਂ ਆਪਣੇ ਸਿੱਖ ਨੂੰ 10,000 ਸਾਲ ਤੱਕ ਦੀ ਉਡੀਕ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਦੁਨੀਆ ਤੋਂ ਗਏ ਨੂੰ, ਸਰੀਰ ਛੱਡ ਕੇ ਗਏ ਨਾ ਮਹਾਰਾਜ, ਸੱਚਖੰਡ ਗਏ, ਤੇ ਕਿੰਨਾ ਕੁ ਸਮਾਂ ਹੋਇਆ ਹੈ? 500 ਸਾਲ ਹੋ ਗਿਆ ਹੋਵੇਗਾ, 550 ਸਾਲ ਹੋ ਗਿਆ ਹੋਵੇਗਾ। ਜਿਹੜੇ ਉਸ ਵੇਲੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਅੰਮ੍ਰਿਤ ਛਕਿਆ ਜਾਂ ਉਸ ਵੇਲੇ ਸੰਗਤ ਵਿੱਚ ਰਹਿ, ਉਹਨਾਂ ਦੀ ਉਡੀਕ ਤੇ ਛੱਡੋ। ਮਹਾਰਾਜ ਕਹਿਣ ਲੱਗੇ ਵੀ 10,000 ਸਾਲ ਤੱਕ ਅਸੀਂ ਆਪਣੇ ਸਿੱਖ ਦੀ ਪ੍ਰਤੀਕਸ਼ਾ ਕਰਦੇ ਹਾਂ, ਉਡੀਕ ਕਰਦੇ ਹਾਂ। ਇੱਕ ਜਨਮ ਵਿੱਚ ਪੈ ਗਿਆ, ਮੁਕਤ ਨਹੀਂ ਹੋ ਸਕਿਆ, ਦੂਜੇ ਵਿੱਚ ਚਲਾ ਗਿਆ, ਤੀਜੇ ਵਿੱਚ ਚਲਾ ਗਿਆ, ਚੌਥੇ ਵਿੱਚ ਚਲਾ ਗਿਆ। 10,000 ਸਾਲ ਐਵੇਂ ਨਹੀਂ ਕਿਤੇ ਮੁੱਕ ਜਾਂਦੇ। 100 ਸਾਲ ਦਾ ਜਨਮ ਨਹੀਂ ਹੁੰਦਾ ਹੈ, ਇੱਕ ਸਦੀ ਵਿੱਚ 4 ਪੀੜ੍ਹੀਆਂ ਨਿਕਲ ਜਾਂਦੀਆਂ ਨੇ, ਪਰ 100 ਸਾਲ ਦੀ ਇੱਕ ਸਦੀ ਹੈ, ਤੇ 10,000 ਸਾਲ ਦਾ ਹਿਸਾਬ ਲਾ ਲਈਏ ਤੇ ਇਹ ਹਿਸਾਬ ਦੇ ਨਾਲ ਕਿੰਨੀਆਂ ਸਦੀਆਂ ਬਣ ਗਈਆਂ। ਇੰਨੀਆਂ ਸਦੀਆਂ, ਇੰਨਾ ਸਮਾਂ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਸਿੱਖ ਦੀ ਉਡੀਕ ਕਰਦੇ ਕਿ ਇਸ ਨੇ ਕੋਈ ਪਾਪ ਕਰਮ ਕੀਤਾ ਹੈ, ਇੱਕ ਜਨਮ ਵਿੱਚ ਨਹੀਂ ਨਿਕਲਿਆ, ਦੂਜਾ ਜਨਮ ਮਿਲੇਗਾ, ਤੀਜਾ ਮਿਲੇਗਾ, ਚੌਥਾ ਮਿਲੇਗਾ, ਕਦੇ ਤੇ ਕਿਸੇ ਜਨਮ ਦੇ ਵਿੱਚ ਇਹ ਕਮਾਈ ਕਰੇਗਾ ਤਾਂ ਕਿ ਸਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਕਹਿੰਦੇ ਅਸੀਂ ਆਪਣੇ ਸਿੱਖ ਦੀ ਉਡੀਕ ਕਰਦੇ ਹਾਂ। ਅਮਰੀ ਦੇਸ਼ ਕੋ ਸਿੱਖ ਇਹ ਚਲੇ ਆਵੇਂ ਕੈਸੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅਸੀਂ ਇਹ ਵੇਖਦੇ ਹਾਂ ਵੀ ਇਹ ਸਿੱਖ ਸਾਡੇ ਵੱਲ ਕਦੋਂ ਚੱਲ ਕੇ ਆਵੇਗਾ। ਇਹ ਸਿੱਖ ਦੇ ਰਾਹ ਦੇ ਵਿੱਚ ਕੀ ਇਹੋ ਜਿਹੀ ਅੜਚਨ ਹੈ ਵੀ ਜਿੱਥੇ ਇਹ ਰੁਕ ਜਾਂਦਾ, ਇਹ ਤੋਂ ਅੱਗੇ ਨਹੀਂ ਆਇਆ ਜਾਂਦਾ। ਅਸੀਂ ਉਸ ਗੱਲ ਦੇ ਉੱਪਰ ਵਿਚਾਰ ਕਰਦੇ, ਸੋਚਦੇ ਹਾਂ ਵੀ ਇਹ ਸਾਡਾ ਸਿੱਖ ਕਿਸ ਤਰੀਕੇ ਦੇ ਨਾਲ ਸਾਡੇ ਕੋਲ ਆਵੇ, ਕਿਹੜੀ ਰੁਕਾਵਟ ਹੈ ਜਿਹੜੀ ਇਸ ਨੂੰ ਰੋਕ ਕੇ ਬੈਠੀ ਹੈ। ਇਸ ਤਰ੍ਹਾਂ ਅਸੀਂ ਆਪਣੇ ਸਿੱਖ ਨੂੰ ਉਡੀਕਦੇ ਹਾਂ ਵੀ ਕਦੋਂ ਇਹ ਸਾਡੇ ਕੋਲ ਪਹੁੰਚਣਾ ਕਰੇ। ਜੋ ਆਵਤ ਰਲ ਜਾਤ ਹੈ ਸਿੱਖਨ ਮੈਂ ਤੈਸੇ। ਜਿਹੜਾ ਆਉਂਦਾ ਉਹ ਆ ਕੇ, ਜਿਹੜੇ ਸਿੱਖ ਮੁਕਤ ਹੋ ਗਏ ਨਾ, ਬੈਕੁੰਠ ਧਾਮ ਦੀ ਪ੍ਰਾਪਤੀ ਵਾਲੇ ਹੋ ਗਏ, ਜਿਹੜਾ ਮੁਕਤ ਹੋ ਕੇ ਆਉਂਦਾ ਉਹ ਉਹਨਾਂ ਦੇ ਵਿੱਚ ਆ ਕੇ ਮਿਲ ਜਾਂਦਾ ਹੈ। ਤੇ ਜਿਹੜਾ ਮੁਕਤ ਨਹੀਂ ਹੋਇਆ, ਹਾਲੇ ਜਨਮਾਂ ਦੇ ਵਿੱਚ ਹੈ, ਉਹਨੂੰ ਮਹਾਰਾਜ ਕਹਿੰਦੇ ਵੀ ਅਸੀਂ ਮੌਕਾ ਦਿੰਦੇ ਹਾਂ। ਇੱਕ ਵਾਰੀ ਨਹੀਂ, 2 ਵਾਰੀ ਨਹੀਂ, 10,000 ਸਾਲ ਦਾ ਸਮਾਂ ਦਈਦਾ ਹੈ
ਇੰਨੇ ਲੰਮੇ ਸਮੇਂ ਦੇ ਵਿੱਚ ਕਿਸੇ ਵੀ ਜਨਮ ਦੇ ਵਿੱਚ ਬੰਦਗੀ ਕਰੇਗਾ, ਤਪ ਕਰੇਗਾ, ਨਾਮ ਜਪੇਗਾ, ਕੁਝ ਸਫ਼ਰ ਇਸ ਜਨਮ ਦੇ ਵਿੱਚ ਤੈਅ ਕਰ ਲਾ, ਕੁਝ ਸਫ਼ਰ ਅਗਲੇ ਜਨਮ ਵਿੱਚ ਤੈਅ ਕਰ ਲਾ, ਕੁਝ ਉਸ ਤੋਂ ਅਗਲੇ ਜਨਮ ਵਿੱਚ ਤੈਅ ਕਰੇਗਾ। ਹੌਲੀ ਹੌਲੀ ਕਰਦਿਆਂ ਕਰਦਿਆਂ ਮੰਜ਼ਿਲ ਨੂੰ ਜਿੱਤ ਲਵੇਗਾ। ਆਪਾਂ ਕਿਸੇ ਲੰਮੇ ਸਫ਼ਰ 'ਤੇ ਚੱਲ ਪਈਏ ਨਾ, ਪਹਾੜੀ ਰਸਤੇ 'ਤੇ ਚੱਲੀਏ, ਮੰਨ ਲਓ ਵੀ ਆਪਾਂ ਹੇਮਕੁੰਟ ਸਾਹਿਬ ਨੂੰ ਜਾ ਰਹੇ ਹਾਂ, ਰਸਤਾ ਬੜਾ ਚੜ੍ਹਾਈ ਵਾਲਾ ਔਖਾ ਹੈ। ਜੇ ਆਪਾਂ ਲਗਾਤਾਰ ਨਹੀਂ ਤੁਰ ਸਕਦੇ ਤੇ ਆਪਾਂ ਰਸਤੇ ਵਿੱਚ ਰੁਕ ਕੇ ਬੈਠ ਜਾਂਦੇ ਹਾਂ ਕਿਸੇ ਪੱਥਰ 'ਤੇ, 2 4 10 ਮਿੰਟ ਸਾਹ ਲੈਂਦੇ ਹਾਂ, ਫਿਰ ਤੁਰ ਪੈਂਦੇ ਹਾਂ, ਫਿਰ ਰੁਕਦੇ ਹਾਂ, ਫਿਰ ਚੱਲ ਪੈਂਦੇ ਹਾਂ। ਹੌਲੀ ਹੌਲੀ ਰਸਤੇ ਦੇ ਵਿੱਚ ਵਿਸ਼ਰਾਮ ਕਰਦੇ ਹਾਂ, ਟਿਕਾਣਾ ਕਰਦੇ ਹਾਂ, ਥੋੜ੍ਹਾ ਤੁਰ ਲਿਆ, ਥੋੜ੍ਹਾ ਬੈਠ ਲਿਆ, ਫਿਰ ਤੁਰ ਲਿਆ, ਫਿਰ ਅਸੀਂ ਮੰਜ਼ਿਲ 'ਤੇ ਪਹੁੰਚ ਜਾਂਦੇ ਹਾਂ। ਜੇ ਲਗਾਤਾਰ ਭੱਜ ਕੇ ਜਾਈਏ ਤਾਂ ਹੋ ਸਕਦਾ ਵੀ ਨਾ ਜਾਇਆ ਜਾਵੇ। ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਅਸੀਂ ਆਪਣੇ ਸਿੱਖ ਨੂੰ ਮੌਕਾ ਦਿੰਦੇ ਹਾਂ, ਇੱਕ ਜਨਮ ਦੇ ਵਿੱਚ ਜੇ ਸਫ਼ਰ ਤੈਅ ਨਹੀਂ ਹੋਇਆ ਤੇ ਦੂਜਾ ਜਨਮ ਹੈ, ਦੂਜਾ ਨਹੀਂ ਤੇ ਤੀਜਾ ਹੈ, ਕਈ ਜਨਮਾਂ ਦੀ ਬਾਤ ਹੈ। ਅਸੀਂ ਇਹ ਵੇਖਦੇ ਪਏ ਹਾਂ, ਕਿਸੇ ਵੀ ਜਨਮ ਦੇ ਵਿੱਚ ਆ ਕੇ ਸਾਡੇ ਕੋਲ ਮਿਲੇ। ਹੁਣ ਆਪਾਂ ਇਸ ਵਾਰੀ ਮਨੁੱਖਾ ਜਨਮ ਦੇ ਵਿੱਚ ਆਏ ਹਨ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪਹਿਲੀ ਵਾਰੀ ਮਨੁੱਖ ਬਣੇ। ਹੋ ਸਕਦਾ ਉਦੋਂ ਪਹਿਲੇ ਜਨਮ ਦੇ ਵਿੱਚ ਵੀ ਮਨੁੱਖ ਹੋਈ ਹੈ, ਅਤੇ ਹੋ ਸਕਦਾ ਇਸ ਤੋਂ ਬਾਅਦ ਵਾਲੇ ਜਨਮ ਦੇ ਵਿੱਚ ਵੀ ਸਾਨੂੰ ਮਨੁੱਖਾ ਸਰੀਰ ਹੀ ਮਿਲੇ, ਕਿਉਂਕਿ ਅਸੀਂ ਗੁਰੂ ਦੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕੀਤਾ ਹੈ। ਇੱਕ ਜਨਮ ਦੇ ਵਿੱਚ ਕਮਾਈ ਨਹੀਂ ਕਰ ਸਕੇ, ਦੂਜੇ ਜਨਮ ਦੀ ਅੱਗੇ ਪ੍ਰਾਪਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਸਿੱਖ ਫਿਰ ਨਾਮ ਜਪ ਲੈਂਦਾ, ਕਮਾਈ ਕਰ ਲੈਂਦਾ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਹੜਾ ਸਾਡੀਆਂ ਸ਼ਰਤਾਂ ਪੂਰੀਆਂ ਕਰ ਲੈਂਦਾ, ਜੋ ਗੁਰੂ ਦੀਆਂ ਰੱਖੀਆਂ ਹੋਈਆਂ ਉਹ ਮਰਿਆਦਾ ਨੂੰ ਪੂਰਾ ਕਰ ਲੈਂਦਾ, ਉਹ ਫਿਰ ਸਿੱਖ ਸਾਡੇ ਤੱਕ ਆ ਕੇ ਪਹੁੰਚਦਾ ਹੈ। ਸਿੱਖ 56 ਕਰੋੜ ਹੈ ਸੌਂਪੇ ਗੁਰ ਹੱਥ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਬੇਅੰਤ ਜਿਹੜੀ ਲੁਕਾਈ ਹੈ ਨਾ, ਉਹ ਪ੍ਰਮਾਤਮਾ ਨੇ ਸਾਡੇ ਹੱਥ ਵਿੱਚ ਸੌਂਪੀ ਹੈ। ਸਾਨੂੰ ਬਾਂਹ ਫੜਾਈ ਹੈ ਇਹਨਾਂ ਜੀਵਾਂ ਦੀ ਉਸ ਪ੍ਰਮਾਤਮਾ ਨੇ ਵੀ ਇਹਨਾਂ ਦਾ ਭਲਾ ਤੁਸੀਂ ਕਰਨਾ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ। ਰਾਮ ਜਿਹੜਾ ਹੈ ਉਹ ਮੁਕਤੀ ਦਿੰਦਾ, ਪਰਮਾਤਮਾ ਦਾ ਕੰਮ ਹੈ ਮੁਕਤੀ ਦੇਣੀ, ਪਰ ਮੁਕਤੀ ਵੀ ਤਾਂ ਮਿਲਦੀ ਹੈ ਜੇ ਨਾਮ ਜਪਿਆ ਹੋਵੇ ਤੇ ਸਾਧੂ ਜਪਾਉਂਦਾ ਨਾਮ, ਸਾਧੂ ਨਾਮ ਜਪਾ ਕੇ ਉਸ ਮੰਜ਼ਿਲ ਤੱਕ ਲੈ ਜਾਂਦਾ ਜਿਸ ਮੰਜ਼ਿਲ ਤੇ ਜਾ ਕੇ ਮੁਕਤੀ ਮਿਲਣੀ ਹੈ। ਸਤਿਗੁਰੂ ਕਹਿਣ ਲੱਗੇ ਮੁਕਤ ਕਰਨ ਵਾਲਾ ਹੈ ਪ੍ਰਮਾਤਮਾ, ਪਰ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਇਹ ਸੇਵਾ ਦਿੱਤੀ ਹੈ ਕਿ ਅਸੀਂ ਆਪਣੇ ਸਿੱਖ ਨੂੰ ਨਾਮ ਜਪਾ ਕੇ, ਸੇਵਾ ਕਰਵਾ ਕੇ, ਉੱਚਾ ਸੁੱਚਾ ਜੀਵਨ ਬਣਵਾ ਕੇ ਇਸ ਨੂੰ ਉਸ ਮੁਕਾਮ 'ਤੇ ਲੈ ਜਾਂਦੇ ਹਾਂ ਜਿੱਥੇ ਜਾ ਕੇ ਇਸ ਨੇ ਮੁਕਤ ਹੋਣਾ ਹੈ। ਇਸ ਤਰ੍ਹਾਂ ਉਸ ਕਰਤਾਰ ਨੇ, ਅਕਾਲ ਪੁਰਖ ਨੇ ਇਹ ਸਾਡੀ ਸੇਵਾ ਲਾਈ ਹੈ। ਹੁਕਮ ਹੈ ਕਰਤਾਰ ਕੋ ਸਭ ਕਰੋ ਸਨਾਥ। ਤੇ ਸਾਨੂੰ ਅਕਾਲ ਪੁਰਖ ਦਾ ਹੁਕਮ ਹੈ। 10ਵੇਂ ਪਾਤਸ਼ਾਹ ਕਹਿੰਦੇ ਵੀ ਸਾਨੂੰ ਪਰਮੇਸ਼ਰ ਦਾ ਇਹ ਹੁਕਮ ਹੈ ਕਿ ਸਾਰਿਆਂ ਨੂੰ ਸਨਾਥਾ ਕਹੀਏ, ਸਫਲਾ ਕਰੋ। ਜਿੰਨੀ ਲੁਕਾਈ ਪੈਦਾ ਹੋਈ ਹੈ ਨਾ, ਜਿੰਨੀ ਸ੍ਰਿਸ਼ਟੀ, ਜਿੰਨੇ ਜੀਵ ਪੈਦਾ ਹੋਏ, ਸਾਨੂੰ ਪਰਮੇਸ਼ਰ ਦਾ ਹੁਕਮ ਹੈ ਵੀ ਇਹਨਾਂ ਨੂੰ ਨਾਮ ਜਪਾ ਕੇ, ਇਹਨਾਂ ਕੋਲੋਂ ਸੇਵਾ ਕਰਵਾ ਕੇ, ਇਹਨਾਂ ਨੂੰ ਚੰਗੇ ਕਰਤੱਬਾਂ ਦੇ ਵਿੱਚ, ਚੰਗੇ ਕੰਮਾਂ ਦੇ ਵਿੱਚ ਲਾ ਕੇ ਸਾਰਿਆਂ ਨੂੰ ਸਨਾਥ ਕਰ ਦਿਓ, ਸਫਲਾ ਕਰ ਦਿਓ। ਤੇ ਮਹਾਰਾਜ ਨੇ ਤਾਂ ਹੀ ਆਖਿਆ ਨਾ, ਜਨ ਪਾਰਿਓ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। ਐਸੀ ਦਾਤ ਉਹ ਤਾਂ ਦਿੰਦੇ ਨੇ ਕਿ ਮੈਂ ਨਾਮ ਜਪਿਆ, ਮੈਨੂੰ ਇਹ ਵਸਤੂ ਮਿਲੀ ਹੈ, ਤੁਸੀਂ ਵੀ ਨਾਮ ਜਪੋਗੇ ਤੁਹਾਨੂੰ ਵੀ ਇਹ ਵਸਤੂ ਮਿਲੇਗੀ, ਤਾਂ ਕਿ ਗੁਰੂ ਦੀ ਬਾਣੀ ਦੇ ਉੱਪਰ, ਗੁਰੂ ਦੇ ਉੱਪਰ ਸ਼ਰਧਾ ਬਣ ਸਕੇ। ਤੇ ਸ਼ਰਧਾ ਬਣੇਗੀ ਗੁਰੂ ਦੇ ਉੱਪਰ ਤੇ ਸਿੱਖ ਮੁਕਤ ਹੋ ਜਾਵੇਗਾ। ਪਰ ਜੇ ਸਿੱਖ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਹੋ ਗਿਆ, ਭਰਮ ਪੈਦਾ ਹੋ ਗਿਆ, ਜਾਂ ਸਿੱਖ ਨਾਸਤਕ ਹੋ ਗਿਆ ਵੀ ਪਤਾ ਨਹੀਂ ਇਹ ਗੁਰੂ ਕਰ ਸਕੇਗਾ ਕਿ ਨਹੀਂ, ਗੁਰੂ ਪਤਾ ਨਹੀਂ ਸਮਰੱਥ ਹੈ ਕਿ ਨਹੀਂ, ਤੇ ਫਿਰ ਉਹ ਸਿੱਖ ਦਾ ਬੇੜਾ ਪਾਰ ਹੋਣਾ ਮੁਸ਼ਕਲ ਹੈ। ਇਸ ਕਰਕੇ ਸਿੱਖ ਦੇ ਮਨ ਵਿੱਚ ਇਹ ਸ਼ੰਕਾ ਨਹੀਂ ਰਹਿਣਾ ਚਾਹੀਦਾ, ਸਿੱਖ ਦੇ ਮਨ ਵਿੱਚ ਇਹ ਭਰੋਸਾ ਹੋਣਾ ਚਾਹੀਦਾ ਕਿ ਗੁਰੂ ਮੇਰਾ ਸਮਰੱਥ ਹੈ, ਜੋ ਚਾਹਵੇ ਉਹ ਕਰ ਸਕਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸ਼ੰਕਾ ਨਹੀਂ ਹੈ ਕਿ ਉਹਨੂੰ ਪ੍ਰਾਪਤੀ ਹੈ, ਉਹ ਮੁਕਤ ਹੋ ਜਾਂਦਾ ਹੈ। ਮੱਖਣ ਸ਼ਾਹ ਲਬਾਣੇ ਨੇ ਇੱਕ ਮੋਹਰ ਰੱਖੀ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਅੱਗੇ, ਤੇ ਸਤਿਗੁਰਾਂ ਨੇ ਆਖਿਆ ਸੀ ਮੱਖਣ ਸ਼ਾਹ ਵੀ ਮਾਇਆ ਦੀ ਕਮੀ ਗੁਰੂ ਘਰ ਨੂੰ ਕੋਈ ਨਹੀਂ ਹੈ, ਪਰ ਜੇ ਅੱਜ ਅਸੀਂ ਤੈਨੂੰ ਤੇਰਾ ਬਚਨ ਨਾ ਦੱਸਿਆ ਤੇ ਤੇਰੇ ਮਨ ਵਿੱਚ ਇਹ ਸ਼ੰਕਾ ਰਹਿ ਜਾਣਾ ਵੀ ਮੈਨੂੰ ਪੂਰਾ ਗੁਰੂ ਮਿਲਿਆ ਨਹੀਂ।
ਗੁਰੂ ਨੇ ਮੇਰੇ ਮਨ ਦੀ ਗੱਲ ਬੁੱਝੀ ਨਹੀਂ ਹੈ। ਇਹ ਨਹੀਂ ਵੀ ਤੇਰੇ ਅਸੀਂ 500 ਮੋਹਰ ਕਰਕੇ ਤੈਨੂੰ ਦੱਸਣ ਲੱਗੇ ਆ ਵੀ ਅਸੀਂ ਉਹ ਗੁਰੂ ਆ ਜਿਹਨੇ ਤੇਰਾ ਬੇੜਾ ਪਾਰ ਉਤਾਰਿਆ। ਨਹੀਂ, ਸਾਨੂੰ ਮਾਇਆ ਦੀ ਭੁੱਖ ਨਹੀਂ ਹੈ, ਲਾਲਚ ਕੋਈ ਨਹੀਂ ਹੈ। ਸਾਡੇ ਕੋਲ ਤੇ ਸਾਰੇ ਬ੍ਰਹਿਮੰਡ ਦੇ ਖਜ਼ਾਨੇ ਨੇ, ਪਰ ਤੈਨੂੰ ਅਸੀਂ ਇਹ ਗੱਲ ਤਾਂ ਦੱਸੀ ਹੈ ਤੇਰੇ ਮਨ ਵਿੱਚ ਸ਼ੰਕਾ ਨਾ ਰਵੇ, ਭਰਮ ਨਾ ਰਵੇ ਵੀ ਗੁਰੂ ਮੰਨਦੀ ਨਹੀਂ ਜਾਣਦਾ ਜਾਂ ਗੁਰੂ ਅਰਦਾਸ ਨਹੀਂ ਬੁੱਝਦਾ ਹੈ। ਜੇ ਤੇਰੇ ਮਨ ਵਿੱਚ ਇਹ ਭਰਮ ਰਹਿ ਗਿਆ, ਤੇਰਾ ਜਨਮ ਸਫਲਾ ਨਹੀਂ ਹੋਣਾ। ਤੇ ਅਸੀਂ ਨਹੀਂ ਚਾਹੁੰਦੇ ਵੀ ਇਹ ਬਚਨ ਗੁਪਤ ਰੱਖ ਕੇ ਤੈਨੂੰ ਭਰਮ ਦੇ ਵਿੱਚ ਪਾਈਏ, ਤੇਰਾ ਭਰੋਸਾ ਟੁੱਟੇ ਜਾਂ ਤੂੰ ਮੁਕਤੀ ਦੇ ਦਰਵਾਜ਼ੇ ਤੋਂ ਦੂਰ ਰਹਿ ਜਾਵੇਂ। ਇਸ ਕਰਕੇ ਤੈਨੂੰ ਇਹ ਬਚਨ ਅਸੀਂ ਦੱਸਿਆ ਵੀ ਜਦੋਂ ਤੇਰਾ ਬੇੜਾ ਡੁੱਬਦਾ ਪਿਆ, ਉਦੋਂ ਤੇਰੇ ਬੇੜੇ ਨੂੰ ਅਸੀਂ ਪਾਰ ਲਾਇਆ। ਨਾ ਵੀ ਅਸੀਂ ਦਸੀਏ ਤੇ ਸਾਨੂੰ ਕੋਈ ਫਰਕ ਨਹੀਂ ਪੈ ਜਾਣਾ, ਦੱਸ ਦਿੱਤਾ ਤੇ ਤਾਂ ਵੀ ਕੋਈ ਫਰਕ ਨਹੀਂ ਹੈ। ਪਰ ਦੱਸਣ ਦਾ ਕਾਰਨ ਇਹ ਹੈ ਵੀ ਤੇਰੇ ਮਨ ਵਿੱਚ ਕਿਤੇ ਭਰਮ ਨਾ ਰਹਿ ਜਾਵੇ, ਸ਼ੰਕਾ ਨਾ ਰਹਿ ਜਾਵੇ, ਤਾਂ ਇਹ ਤੈਨੂੰ ਬਚਨ ਚੇਤੇ ਕਰਵਾਇਆ। ਗੁਰੂ ਕਿਹਾ ਸਿੱਖਾ, ਬਚਨ ਇਹ ਹੈ ਵੀ ਤੇਰੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਕਦੇ ਸ਼ੰਕਾ ਨਹੀਂ ਰਹਿਣਾ ਚਾਹੀਦਾ, ਭਰਮ ਨਹੀਂ ਰਹਿਣਾ ਚਾਹੀਦਾ ਕਿ ਬਾਣੀ ਜਿਹੜੀ ਹੈ ਉਹ ਪੜ੍ਹਿਆ ਇਹ ਦਾਤ ਮਿਲਦੀ ਨਹੀਂ ਹੈ, ਜਾਂ ਗੁਰੂ ਸਮਰੱਥ ਨਹੀਂ ਹੈ, ਜਾਂ ਗੁਰੂ ਕੋਲੋਂ ਇਹ ਵਸਤੂ ਮਿਲ ਨਹੀਂ ਸਕਦੀ, ਜਾਂ ਗੁਰੂ ਮੁਕਤ ਨਹੀਂ ਕਰ ਸਕਦਾ ਹੈ, ਜਾਂ ਗੁਰੂ ਵਿੱਚ ਇਹ ਕਮੀ ਹੈ। ਐਸਾ ਤੇਰੇ ਮਨ ਵਿੱਚ ਕਦੇ ਵਿਚਾਰ ਨਹੀਂ ਆਉਣਾ ਚਾਹੀਦਾ। ਜੇ ਇਹ ਵਿਚਾਰ ਆ ਗਿਆ ਤੇ ਸਮਝ ਲਾ ਵੀ ਤੂੰ ਗੁਰੂ ਤੋਂ ਬੇਮੁਖ ਹੋ ਗਿਆ। ਮਹਾਰਾਜ ਕਹਿਣ ਲੱਗੇ, ਸਾਨੂੰ ਅਕਾਲ ਪੁਰਖ ਦਾ ਇਹ ਹੁਕਮ ਹੈ ਕਿ ਤੁਸੀਂ ਸਾਰਿਆਂ ਨੂੰ ਸਨਾਥ ਕਰੋ। ਸਨਾਥ ਕਹੀਏ ਵੀ ਸਫਲਾ ਕਰੋ, ਇਹ ਅਕਾਲ ਪੁਰਖ ਨੇ ਸਾਡੀ ਡਿਊਟੀ ਲਾਈ ਹੈ। ਅਸੀਂ ਉਹ ਨਾਮ ਜਪਾ ਕੇ, ਸੇਵਾ ਕਰਵਾ ਕੇ ਸੰਗਤ ਨੂੰ, ਸਿੱਖਾਂ ਨੂੰ ਮੁਕਤੀ ਦੇ ਦਰਵਾਜ਼ੇ ਤੇ ਲੈ ਕੇ ਜਾਂਦੇ ਹਾਂ। ਸ਼ੁੱਧ ਧਰਮ ਕਰਕੇ ਇਨਹੁ ਕਲ ਕਾਲ ਮਝਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧਰਮ ਨੂੰ ਸ਼ੁੱਧ ਕਰਕੇ। ਧਰਮ ਦੇ ਵਿੱਚ ਆਇਆ ਬੰਦਾ ਸ਼ੁੱਧ ਨਹੀਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਭੱਟਾਂ ਨੇ ਬਚਨ ਕੀਤਾ ਨਾ, ਭੱਟ ਬੜੀ ਕਮਾਈ ਵਾਲੇ ਸਨ, ਅਵਤਾਰ ਸਨ ਜਿਹੜੇ ਦੁਨੀਆ ਤੇ ਆਏ, ਪਰ ਉਹਨਾਂ ਦਾ ਸ਼ਰਾਫ ਟੁੱਟਣਾ ਤਾਂ ਹੈ ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਗੇ। ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਭੱਟਾਂ ਨੇ ਸਾਰੀ ਧਰਤੀ ਦਾ ਚੱਕਰ ਲਾਇਆ। ਬੜੇ ਬੜੇ ਸਾਧੂਆਂ ਕੋਲ, ਰਿਸ਼ੀਆਂ ਕੋਲ, ਮੁਨੀਆਂ ਕੋਲ, ਤਪਸਵੀਆਂ ਕੋਲ, ਬ੍ਰਹਮਚਾਰੀਆਂ ਕੋਲ, ਨਾਗਿਆਂ ਦੇ ਕੋਲ, ਬੜੇ ਬੜੇ ਲੋਕਾਂ ਦੇ ਕੋਲ ਉਹ ਗਏ, ਪਰ ਜਿੱਥੇ ਵੀ ਜਾਣ ਉਹਨਾਂ ਨੂੰ ਉੱਥੇ ਅਧੂਰਾ ਪਾਣੀ ਦਿਸੇ ਵੀ ਇਹਨਾਂ ਵਿੱਚ ਤੇ ਈਰਖਾ ਭਰੀ ਹੋਈ ਹੈ। ਇੱਕ ਸਮੁਦਾਇ ਦੂਜੇ ਸਮੁਦਾਇ ਦੇ ਨਾਲ ਲੜਦਾ ਪਿਆ, ਇੱਕ ਸਮੁਦਾਇ ਦੂਜੇ ਦੇ ਨਾਲ ਈਰਖਾ ਕਰਦਾ ਪਿਆ। ਜੇ ਈਰਖਾ ਤੇ ਕ੍ਰੋਧ ਇਹਨਾਂ ਦੇ ਵਿੱਚ ਹੈ, ਇਹ ਮੇਰਾ ਭਲਾ ਕਿੱਥੋਂ ਕਰ ਦੇਣਗੇ। ਫਿਰ ਪੁੱਛਦਿਆਂ ਪਛਾਉਂਦਿਆਂ ਗੁਰੂ ਦੀ ਸ਼ਰਨ ਵਿੱਚ ਆਏ, ਆ ਕੇ ਬਚਨ ਕੀਤਾ, ਕਹਿਣ ਲੱਗੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਹਾਰਾਜ ਅਸੀਂ ਆ ਅਵਗੁਣਾਂ ਦੇ ਭਰੇ, ਜਿੰਨਾ ਚਿਰ ਸਾਡੇ ਵਿੱਚ ਅਵਗੁਣ ਨੇ ਉਹਨਾਂ ਚਿਰ ਮੁਕਤੀ ਨਹੀਂ ਹੈ। ਤੇ ਮਹਾਰਾਜ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਸਤਿਗੁਰੂ ਇਹ ਤੁਹਾਡੀ ਸੰਗਤ ਜਿਹੜੀ ਹੈ ਨਾ, ਜਿਵੇਂ ਭਾਂਡਾ ਗੰਦਾ ਹੋ ਜਾਵੇ ਨਾ, ਜੂਠਾ ਹੋ ਜਾਵੇ, ਤੇ ਭਾਂਡੇ ਨੂੰ ਮਾਂਜਿਆ ਜਾਂਦਾ ਤੇ ਮਾਂਜ ਕੇ ਉਹਦੀ ਜੂਠ ਦੂਰ ਹੁੰਦੀ ਹੈ ਤੇ ਭਾਂਡਾ ਚਮਕ ਪੈਂਦਾ ਹੈ। ਇਹ ਜਿਹੜੀ ਗੁਰੂ ਕੀ ਸੰਗਤ ਹੈ ਨਾ, ਇਹ ਸਾਡਾ ਮਨ ਰੂਪੀ ਭਾਂਡਾ ਮਾਂਜਦੀ ਹੈ। ਸਾਡਾ ਮਨ ਦਾ ਭਾਂਡਾ ਗੰਦਾ ਹੋ ਗਿਆ ਨਾ ਵਿਕਾਰਾਂ ਦੇ ਨਾਲ, ਮਾੜਿਆਂ ਕੰਮਾਂ ਦੇ ਨਾਲ। ਇਹ ਸੰਗਤ ਵਿੱਚ ਬੈਠਣਾ, ਇਹ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਆ ਉਹ ਧੋਏ ਭਰੀਐ ਮਤ, ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰਾ। ਇਹ ਸਾਡੀ ਮਤ ਜਿਹੜੀ ਹੈ ਨਾ, ਮਨ, ਇਹ ਵੀ ਇੱਕ ਭਾਂਡਾ ਹੀ ਹੈ। ਜੇ ਭਾਂਡਾ ਗੰਦਾ ਹੋਵੇਗਾ, ਜਿਹੜੀ ਚੀਜ਼ ਉਹਦੇ ਵਿੱਚ ਪਾਓਗੇ ਉਹ ਵੀ ਗੰਦੀ ਹੋ ਜਾਏਗੀ। ਪਰ ਜੇ ਭਾਂਡੇ ਨੂੰ ਸਾਫ਼ ਕਰ ਲਈਏ, ਮਾਂਜ ਕਰ ਲਈਏ, ਭਾਂਡਾ ਚਮਕ ਜਾਂਦਾ, ਤੇ ਨਵੀਂ ਵਸਤੂ ਵਿੱਚ ਪਾਵਾਂਗੇ ਉਹ ਸਾਂਭੀ ਜਾਂਦੀ ਹੈ। ਇਹ ਸੰਗਤ ਵਿੱਚ ਗੁਰਮੁਖੋ ਮਨ ਰੂਪੀ ਭਾਂਡਾ ਮਾਂਜਿਆ ਜਾਂਦਾ ਹੈ। ਫਿਰ ਗੁਰੂ ਇਸ ਮਨ ਰੂਪੀ ਭਾਂਡੇ ਦੇ ਵਿੱਚ ਨਾਮ ਦੀ ਖੈਰਾਤ ਪਾਉਂਦੇ। ਇੱਥੇ ਆ ਕੇ ਸਾਡਾ ਧਰਮ ਸੁਧਰਦਾ ਹੈ, ਸਾਡਾ ਜੀਵਨ ਸੁਧਰਦਾ ਹੈ। ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਸ਼ੁੱਧ ਧਰਮ ਕਰਕੇ ਇਨਹੁ। ਪਹਿਲਾਂ ਅਸੀਂ ਆਪਣੀ ਸ਼ਰਨ ਵਿੱਚ ਆਏ ਸਿੱਖ ਦਾ ਮਨ ਸ਼ੁੱਧ ਕਰਦੇ ਹਾਂ, ਮਨ ਸਾਫ਼ ਕਰਦੇ ਹਾਂ, ਉਹਦੇ ਮਾੜੇ ਐਬ ਛਡਾਉਂਦੇ ਹਾਂ, ਉਹਨੂੰ ਚੰਗੇ ਗੁਣ ਬਖਸ਼ਿਸ਼ ਕਰਦੇ ਹਾਂ। ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਤੇ ਭਗਤੀ ਵੀ ਨਹੀਂ ਹੁੰਦੀ ਹੈ। ਇੱਕ ਪਾਸੇ ਤੁਸੀਂ ਰਾਮ ਰਾਮ ਕਰਦੇ ਪਏ, ਰਾਮ ਰਾਮ ਜਪਣਾ ਪਰਾਇਆ ਮਾਲ ਆਪਣਾ,
ਤੇ ਦੂਜੇ ਪਾਸੇ ਠੱਗੀ ਤੇ ਧੋਖਾ, ਤੇ ਫਿਰ ਉਹ ਰਾਮ ਨਾਮ ਦੇ ਨਾਮ ਦਾ ਉਹਨਾਂ ਫਲ ਨਹੀਂ ਨਾ ਮਿਲੇਗਾ। ਮੰਨ ਲਓ ਵੀ ਸਾਡੇ ਕੋਲ ਕੋਈ ਭਾਂਡਾ ਹੈ ਤੇ ਭਾਂਡੇ ਦੇ ਵਿੱਚ ਉੱਪਰੋਂ ਤੇ ਅਸੀਂ ਪਾਣੀ ਪਾਈ ਜਾਈਏ, ਦੁੱਧ ਪਾਈ ਜਾਈਏ, ਤੇ ਭਾਂਡੇ ਦੇ ਥੱਲੇ ਹੋ ਜਾਵੇ ਨਿੱਕਾ ਜਿਹਾ ਸੁਰਾਗ, ਛੇਕ ਹੋ ਜਾਵੇ, ਤੇ ਜਿੰਨਾ ਕੁਝ ਉੱਪਰੋਂ ਪਾਓਗੇ ਨਾ ਦੂਜੇ ਬੰਨੇ ਭਾਂਡੇ ਦੇ ਨਿਕਲ ਜਾਣਾ, ਵਿੱਚ ਨਹੀਂ ਸਮਾਵੇਗਾ, ਵਿੱਚ ਨਹੀਂ ਰੁਕੇਗਾ। ਸਤਿਗੁਰੂ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਤੂੰ ਸੰਗਤ ਵਿੱਚ ਆਉਂਦਾ ਹੈ, ਬੈਠਦਾ, ਜੋੜੇ ਝਾੜਦਾ, ਸੇਵਾ ਕਰਦਾ, ਨਾਮ ਵੀ ਜਪ ਲੈਂਦਾ ਹੈ, ਪਰ ਦੂਸਰੇ ਪਾਸੇ ਤੇਰੇ ਵਿੱਚ ਛੇਦ ਇਹ ਹੈ ਵੀ ਤੂੰ ਨਿੰਦਿਆ ਕਰਦਾ, ਚੁਗਲੀ ਕਰਦਾ, ਮਾੜੇ ਐਬ ਕਰਦਾ, ਧੋਖਾ ਕਰਦਾ, ਬਦਦੁਆਵਾਂ ਲੈਂਦਾ। ਉਹ ਜਿੰਨੀ ਕੁ ਕਮਾਈ ਕਰਦਾ ਨਾਲ ਤੇਰੀ ਨਸ਼ਟ ਹੋ ਰਹੀ ਹੈ। ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਗੁਰਬਾਣੀ ਦਾ ਬਚਨ ਹੈ। ਅਸੀਂ ਆਪਣੇ ਸਿੱਖ ਨੂੰ ਸੰਗਤ ਵਿੱਚ ਲਿਆ ਕੇ ਉਹ ਜਿਹੜਾ ਔਗਣਾ ਦਾ ਛੇਕ ਹੈ ਨਾ ਉਹਨੂੰ ਬੰਦ ਕਰਦੇ ਆ। ਸਿੱਖ ਦੇ ਕੋਲੋਂ ਨਿੰਦਿਆ ਛਡਾ ਦਿੱਤੀ, ਸਿੱਖ ਦੇ ਕੋਲੋਂ ਚੁਗਲੀ ਛਡਾ ਦਿੱਤੀ, ਮਾੜੇ ਕਰਮ ਛਡਾ ਦਿੱਤੇ। ਨਾਮ ਦੀ ਕਮਾਈ ਤੇ ਥੋੜ੍ਹੀ ਬਹੁਤੀ ਪਹਿਲਾਂ ਕਰਦਾ ਹੀ ਪਿਆ, ਪਰ ਉਹ ਥੋੜ੍ਹੀ ਬਹੁਤੀ ਕਮਾਈ ਜਿਹੜੀ ਨਿਕਲਦੀ ਜਾ ਰਹੀ ਸੀ ਹੱਥੋਂ, ਉਹ ਨਿਕਲਣ ਵਾਲਾ ਅਸੀਂ ਦਰਵਾਜ਼ਾ ਬੰਦ ਕਰਦੇ ਹਾਂ ਸੰਗਤ ਵਿੱਚ ਲਿਆ ਕੇ, ਕਿ ਇੱਥੇ ਆ ਕੇ ਇਹਦਾ ਮਨ ਬਦਲ ਜਾਵੇ, ਇਹ ਮਾੜੇ ਔਗਣ ਛੱਡ ਕੇ ਗੁਨਾਹ ਨੂੰ ਇਕੱਠਾ ਕਰੇ। ਤੇ ਜਦੋਂ ਮਾੜੇ ਔਗਣ ਛੁੱਟ ਜਾਂਦੇ ਫਿਰ ਨਾਮ ਦੀ ਕਮਾਈ, ਬਰਕਤ ਤੇ ਗੁਰਮੁਖੋ ਪੈਸੇ ਨਾਲ ਵੀ ਪੈ ਜਾਂਦੀ ਹੈ, ਪਰ ਜੇ ਫਜ਼ੂਲ ਖਰਚਾ ਬੰਦ ਹੋਵੇ, ਤੇ ਜੇ ਫਜ਼ੂਲ ਖਰਚੇ ਬਹੁਤੇ ਨੇ ਫਿਰ ਭਾਵੇਂ ਆਮਦਨ ਜਿੰਨੀ ਮਰਜ਼ੀ ਹੋਵੇ ਤੇ ਕੋਈ ਬਰਕਤ ਨਹੀਂ ਹੈ। ਇਸੇ ਤਰ੍ਹਾਂ ਕਮਾਈ ਭਾਵੇਂ ਸਾਡੀ ਥੋੜ੍ਹੀ ਹੋਵੇ ਨਾਮ ਦੀ, ਨਾਮ ਭਾਵੇਂ ਅਸੀਂ ਥੋੜ੍ਹਾ ਹੀ ਜਪਦੇ ਹੋਈਏ, ਬਾਣੀ ਭਾਵੇਂ ਥੋੜ੍ਹੀ ਪੜ੍ਹਦੇ ਹੋਈਏ, ਪਰ ਜੇ ਅਸੀਂ ਵਿਕਾਰਾਂ ਨੂੰ ਛੱਡ ਬੈਠਾਂਗੇ ਨਾ ਤੇ ਫਿਰ ਉਹ ਥੋੜ੍ਹੀ ਸਾਡੀ ਕਮਾਈ ਬਹੁਤੀ ਬਣ ਜਾਵੇਗੀ। ਇੱਕ ਦਿਨ ਸਮਾਂ ਆਵੇਗਾ। ਮਹਾਰਾਜ ਕਹਿਣ ਲੱਗੇ ਅਸੀਂ ਸਿੱਖ ਨੂੰ ਸੰਗਤ ਵਿੱਚ ਲਿਆ ਕੇ ਇਹਦਾ ਪਹਿਲਾਂ ਧਰਮ ਸ਼ੁੱਧ ਕਰਦੇ ਹਾਂ, ਇਹਦੀਆਂ ਪਹਿਲਾਂ ਮੈਲਾਂ, ਇਹਦੀ ਔਗਣ ਜਿੱਥੋਂ ਇਸ ਨੇ ਗਿਰਨਾ ਹੈ, ਡਿੱਗਣਾ ਹੈ, ਉਹ ਇਹਨੂੰ ਸੋਝੀ ਦਿੰਦੇ ਆ, ਸਮਝ ਦਿੰਦੇ ਹਾਂ। ਤੇ ਜਦੋਂ ਉਹ ਮਾੜੇ ਰਸਤੇ ਬੰਦ ਹੋ ਜਾਂਦੇ, ਚੰਗੇ ਰਸਤੇ ਦੇ ਵੱਲ ਤੇ ਚੱਲਦਾ ਹੀ ਪਿਆ, ਫਿਰ ਕਮਾਈ ਕਰਦਿਆਂ ਪਹੁੰਚਦਾ ਹੈ। ਧਰਮ ਸ਼ੁੱਧ ਕਰਕੇ ਇਨਹੋਂ ਕਲਕਾਲ ਮੁਝਾਰਾ। ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਹਦੇ ਵਿੱਚ ਪ੍ਰਮਾਤਮਾ ਦਾ ਸਾਨੂੰ ਹੁਕਮ ਹੈ ਕਿ ਇਹਨਾਂ ਜੀਵਾਂ ਦੇ ਧਰਮ ਨੂੰ ਚੰਗਾ ਕਰੋ। ਧਰਮ ਨੂੰ ਕੀ ਹੈ ਵੀ ਜੀਵਨ ਨੂੰ ਚੰਗਾ ਕਰੋ। ਜਦੋਂ ਇਹਨਾਂ ਦਾ ਜੀਵਨ ਚੰਗਾ ਹੋ ਜਾਂਦਾ ਇਸ ਕਲਯੁਗ ਦੇ ਵਿੱਚ, ਫਿਰ ਇਹ ਮੁਕਤੀ ਦੀ ਦਾਤ ਨੂੰ ਪ੍ਰਾਪਤ ਹੁੰਦੇ ਹਨ। ਕਰੋ ਉਦਾਹਰਨ ਜਗਤ ਤੇ ਲਹਿ ਸਿੰਧ ਕਿਨਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ ਦਾ ਹੁਕਮ ਇਹ ਹੈ ਕਿ ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹ ਗੁਰਮੁਖੋ ਬੜੀ ਵੱਡੀ ਘੁੰਮਣ ਘੇਰੀ ਹੈ। ਵਾਰ-ਵਾਰ ਜੰਮ ਕੇ ਉੱਥੇ ਹੀ ਆਈ ਜਾਣਾ, ਫਿਰ ਮਰ ਕੇ, ਫਿਰ ਜੰਮ ਕੇ, ਫਿਰ ਮਰ ਕੇ। ਇਸ ਘੁੰਮਣ ਘੇਰੀ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ ਹੈ। ਪਰ ਗੁਰੂ ਇੱਕ ਇਹੋ ਜਿਹਾ ਮਲਾਹ ਹੈ ਜਿਹਦੀ ਬਾਂਹ ਗੁਰੂ ਫੜ ਲੈਂਦੇ, ਉਹਨੂੰ ਘੁੰਮਣ ਘੇਰੀ ਵਿੱਚੋਂ ਕੱਢ ਕੇ ਤੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਜਾਂਦੇ। ਸਤਿਗੁਰੂ ਕਹਿਣ ਲੱਗੇ ਸਾਨੂੰ ਅਕਾਲ ਪੁਰਖ ਦਾ ਹੁਕਮ ਹੈ ਵੀ ਇਹਨਾਂ ਨੂੰ ਘੁੰਮਣ ਘੇਰੀ ਵਿੱਚੋਂ ਕੱਢੋ। ਇੱਕ ਜਨਮ ਤੋਂ ਦੂਜੇ ਵਿੱਚ, ਦੂਜੇ ਤੋਂ ਤੀਜੇ ਵਿੱਚ ਪੈ ਗਏ। ਇਹਨਾਂ ਦੀ ਬਾਂਹ ਫੜ ਕੇ ਤੇ ਸੰਸਾਰ ਦੇ ਕਿਨਾਰੇ ਤੋਂ ਕੱਢ ਕੇ ਨਿਰੰਕਾਰ ਦੇ ਕੋਲ ਲੈ ਚੱਲੋ। ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਗੁਰੂ ਦਾ ਪੱਲਾ ਫੜ ਕੇ ਸੰਸਾਰ ਤਰ ਜਾਵਾਂਗੇ। ਮਹਾਰਾਜ ਕਹਿਣ ਲੱਗੇ ਜਗਤ ਉਦਾਹਰਨ ਕਰੋ, ਉਦਾਹਰਨ ਜਗਤ ਤੇ। ਅਕਾਲ ਪੁਰਖ ਦਾ ਹੁਕਮ ਹੈ ਇਹਨਾਂ ਨੂੰ ਜਗਤ ਤੋਂ ਪਾਰ ਕਰ ਦਿਓ। ਲਹਿ ਸਿੰਧ ਕਿਨਾਰਾ। ਸਿੰਧ ਕਹੀਏ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਤੋਂ ਕਿਨਾਰਾ, ਇਹਦੀ ਪ੍ਰਾਪਤੀ ਤੋਂ ਪਾਰ ਕਰਨਾ ਇਹ ਗੁਰੂ ਦਾ ਕਹਿ ਲਈਏ ਵੀ ਕਰਤੱਵ ਹੈ। ਇਹ ਗੁਰੂ ਦਾ ਕਰਮ ਹੈ ਕਿ ਆਪਣੇ ਸਿੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਹੈ। ਉਤ ਤੇ ਲੋਕ ਕੁਬੇਰ ਲਗ ਇਤ ਭੂ ਪ੍ਰਸਾਰੇ। ਕਹਿਣ ਲੱਗੇ ਵੀ ਗੁਰੂ ਦੀ ਪਹੁੰਚ ਜਿਹੜੀ ਹੈ ਨਾ, ਕੱਲੀ ਇਸ ਧਰਤੀ ਤੇ ਨਹੀਂ ਹੈ। ਧਰਤੀ ਦੇ ਵਿੱਚ ਵੀ, ਇੱਥੇ ਵੀ ਗੁਰੂ ਦਾ ਹੁਕਮ ਚੱਲਦਾ ਹੈ, ਬ੍ਰਹਿਮੰਡ ਦੇ ਵਿੱਚ ਵੀ ਚੱਲਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦੀ ਇੱਕ ਸਾਖੀ ਹੈ। ਸਤਿਗੁਰੂ ਅੰਮ੍ਰਿਤ ਵੇਲੇ ਬੈਠੇ ਹੋਏ ਤੇ ਬਾਣੀ ਦਾ ਬਚਨ ਕਰਦੇ ਪਏ ਸਨ ਵੀ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਲੱਖ ਪਤਾਲ ਨੇ, ਲੱਖ ਆਕਾਸ਼ ਨੇ। ਸਾਡੇ ਧਰਮ ਦੇ ਵਿੱਚ ਕੁਝ ਇਹੋ ਜਿਹੇ ਪ੍ਰਚਾਰਕ ਜੰਮ ਪਏ, ਪੈਦਾ ਹੋ ਗਏ, ਜਿਹੜੇ ਜਾਣ ਬੁੱਝ ਕੇ ਗੁਰਬਾਣੀ ਦੇ ਨਾਲ ਸ਼ਰਾਰਤ ਕਰਦੇ, ਗੁਰਬਾਣੀ ਨੂੰ ਤੋੜਦੇ ਮਰੋੜਦੇ, ਗਲਤ ਪ੍ਰਚਾਰ ਕਰਦੇ ਤੇ ਵਿਚਾਰ ਬਦਲ ਦਿੰਦੇ। ਮਹਾਰਾਜ ਨੇ ਇਹ ਨਹੀਂ ਆਖਿਆ। ਮਹਾਰਾਜ ਨੇ ਤੇ ਫਲਾਣੇ ਗ੍ਰੰਥ ਦਾ ਹਵਾਲਾ ਦਿੱਤਾ ਹੈ,
ਗੁਰੂ ਨਾਨਕ ਥੋੜੀ ਇਹ ਗੱਲ ਕਹਿੰਦਾ ਵੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ, ਨਹੀਂ, ਇਹ ਤੇ ਫਲਾਣੇ ਗ੍ਰੰਥ ਵਿੱਚ ਲਿਖਿਆ ਤੇ ਮਹਾਰਾਜ ਨੇ ਤੇ ਉਹਦਾ ਹਵਾਲਾ ਦਿੱਤਾ। ਕਿੰਨੀ ਕੁ ਥਾਂ ਤੇ ਆਪਾਂ ਹਵਾਲਿਆਂ ਦਾ ਆਸਰਾ ਲਈ ਜਾਵਾਂਗੇ। ਭਾਈ ਗੁਰਦਾਸ ਜੀਆਂ ਨੇ ਵੀ ਜ਼ਿਕਰ ਕੀਤਾ ਕਈਆਂ ਥਾਵਾਂ ਤੇ, ਤੇ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਜ਼ਿਕਰ ਆ ਵੀ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹੁਣ ਇੱਥੇ ਕੀ ਕਵਾਂਗੇ ਵੀ ਕਰੋੜਾਂ ਬ੍ਰਹਮੰਡ ਗੁਰੂ ਨਾਨਕ ਸਾਹਿਬ ਨੇ ਲਿਖੇ, ਤੇ ਇਹ ਤਾਂ ਫਿਰ ਮਹਾਰਾਜ ਨੇ ਇਹ ਕਿੱਥੋਂ ਲਿਖ ਦਿੱਤੇ। ਇਸ ਤਰ੍ਹਾਂ ਦੀਆਂ ਕਈ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਸਾਡੇ ਲੋਕ ਉਹ ਨੇ ਜਿਹੜੇ ਗੁੰਮਰਾਹ ਪੁੰਨ ਪ੍ਰਚਾਰ ਕਰਦੇ, ਗੁੰਮਰਾਹ ਕਰਨ ਵਾਸਤੇ। ਰੋ ਵਿਚਾਰ, ਜਦੋਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜ੍ਹਿਆ ਤੇ ਉਹ ਬਗਦਾਦ ਦੇ ਲੋਕਾਂ ਨੇ ਸੁਣ ਲਿਆ, ਤੇ ਸੁਣ ਕੇ ਤੇ ਉਹਨਾਂ ਜਾ ਕੇ ਉੱਥੇ ਇੱਕ ਬੜਾ ਨਾ ਮੰਨਿਆ ਪਰਮੰਨਿਆ ਪੀਰ ਰਹਿੰਦਾ, ਬੜੀਆਂ ਸ਼ਕਤੀਆਂ ਉਹਦੇ ਕੋਲ, ਤੇ ਬੜੀ ਉਹਦੀ ਪੂਜਾ ਮਨੌਤ ਹੈ। ਨਾਮ ਹੈ ਦਸਤਗੀਰ। ਉਹਨੂੰ ਜਾ ਕੇ ਦੱਸਿਆ, ਕਹਿਣ ਲੱਗੇ ਜੀ ਆਪਣੇ ਇਲਾਕੇ ਵਿੱਚ ਇੱਕ ਕਾਫਰ ਆ ਗਿਆ ਜਿਹੜਾ ਕੁਰਾਨ ਤੋਂ ਉਲਟ ਗੱਲ ਕਰਦਾ ਹੈ। ਕੁਰਾਨ ਕਹਿੰਦਾ ਵੀ 7 ਲੋਕ ਨੇ, ਬਾਹਰ ਕੋਈ ਬੰਦਾ ਆ ਕੇ ਬੈਠਾ ਕਹਿੰਦਾ ਵੀ ਲੱਖਾਂ ਲੋਕ ਨੇ। ਇਹ ਤੇ ਸਾਡੇ ਗ੍ਰੰਥ ਤੋਂ ਬਾਹਰੀ ਹੋ ਗਿਆ, ਗਲਤ ਪ੍ਰਚਾਰ ਕਰਦਾ ਪਿਆ। ਤੇ ਪੀਰ ਬੈਠਾ ਆਪਣੇ ਡੇਰੇ ਦੇ ਵਿੱਚ, ਉਹਨੇ ਉੱਥੋਂ ਹੀ ਹੁਕਮ ਦਿੱਤਾ, ਕਹਿਣ ਲੱਗਾ ਵੀ ਜਿਹੜਾ ਕੁਰਾਨ ਤੋਂ ਉਲਟ ਗੱਲ ਕਰਦਾ ਹੈ ਨਾ, ਉਹਨੂੰ ਪੱਥਰ ਮਾਰ ਕੇ ਮਾਰ ਦਿਓ। ਕੋਈ ਸੁਣਵਾਈ ਨਹੀਂ ਹੈ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਜੱਜ ਨਹੀਂ, ਕੋਈ ਵਕੀਲ ਨਹੀਂ। ਬਸ ਪੀਰ ਦਾ ਹੁਕਮ ਹੈ, ਮੁਸਲਮਾਨੀ ਰਾਜ ਹੈ, ਪੱਥਰ ਮਾਰ ਕੇ ਮਾਰ ਦਿਓ, ਕੋਈ ਸਜ਼ਾ ਨਹੀਂ ਹੈ। ਇਹ ਲੋਕ ਪੀਰ ਦਾ ਹੁਕਮ ਮੰਨ ਕੇ ਵੱਡੇ ਵੱਡੇ ਪੱਥਰ ਆਪਣੇ ਹੱਥਾਂ ਵਿੱਚ ਚੁੱਕ ਕੇ ਭੱਜੇ ਆਉਣ ਹਜੂਮ ਦੇ ਰੂਪ ਦੇ ਵਿੱਚ। ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਬੈਠੇ ਨਾ, ਜਦੋਂ ਪੱਥਰ ਮਾਰਨ ਵਾਸਤੇ ਇਹਨਾਂ ਨੇ ਬਾਹਾਂ ਤਾਂ ਨੂੰ ਕੀਤੀਆਂ ਨਾ, ਪੱਥਰ ਨੂੰ ਚਲਾਉਣ ਵਾਸਤੇ, ਤੇ ਗੁਰੂ ਨਾਨਕ ਦੇ ਮਹਾਰਾਜ ਦੇ ਮੁਖੋਂ ਬਚਨ ਨਿਕਲਿਆ, 7 ਕਰਤਾਰ ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਹੋਆ ਜਹਾਨਾ। ਭਾਈ ਗੁਰਦਾਸ ਨੇ ਲਿਖਿਆ। ਇਹਨਾਂ ਬਚਨਾਂ ਨੂੰ ਝੁਠਲਾ ਕੋਈ ਨਹੀਂ ਸਕਦਾ ਹੈ। ਕਿੰਨਾ ਕੁ ਚਿਰ ਅਸੀਂ ਇੱਧਰੋਂ ਸੱਜਿਓਂ ਖੱਬਿਓਂ ਕੰਨ ਫੜਾਂਗੇ, ਸਿੱਧੇ ਫੜਨੇ ਹੀ ਪੈਣੇ ਨੇ ਆ ਕੇ ਕਦੇ। ਜਦੋਂ ਮਹਾਰਾਜ ਨੇ 7 ਕਰਤਾਰ ਆਖਿਆ, ਜਿੱਥੇ ਹੱਥ ਸਨ ਉੱਥੇ ਹੀ ਖੜ ਗਿਆ, ਨਾ ਥੱਲੇ ਹੱਥ ਜਾਂਦਾ ਨਾ ਤਾਂ ਆਉਂਦਾ। ਜਿਵੇਂ ਪੱਥਰ ਦਾ ਬੁੱਤ ਹੁੰਦਾ ਨਾ, ਜਿੱਥੇ ਉਹਦੀ ਬਾਂਹ ਉਹਨਾਂ ਨੇ ਲਾਤੀ ਬਣਾਉਣ ਵਾਲੇ ਨੇ, ਉੱਥੇ ਹੀ ਉਹ ਬਾਂਹ ਖੜ ਜਾਂਦੀ ਹੈ, ਚੱਲਦੀ ਫਿਰਦੀ ਨਹੀਂ ਇੱਧਰ ਉੱਧਰ। ਮਹਾਰਾਜ ਨੇ ਆਖਿਆ 7 ਕਰਤਾਰ, ਬਾਹਾਂ ਉੱਥੇ ਹੀ ਖੜ ਗਈਆਂ। ਲੋਕ ਪੱਥਰ ਵਾਂਗੂ ਉੱਥੇ ਹੀ ਖੜ ਗਏ, ਹਿੱਲ ਨਹੀਂ ਸਕਦੇ। ਪੀਰ ਨੂੰ ਪਤਾ ਲੱਗਾ, ਦੌੜ ਕੇ ਆਇਆ, ਆ ਕੇ ਉਹਨੇ ਮੰਤਰ ਪੜ੍ਹੇ, ਸ਼ਕਤੀਆਂ ਛੱਡੀਆਂ, ਜੋ ਉਹਨੇ ਕੋਲ ਰਿਧੀ ਸਿੱਧੀ ਸੀ ਉਹਨੇ ਚਲਾਈ। ਉਹਦੇ ਮਨ ਵਿੱਚ ਇਹ ਹੈ ਵੀ ਇਹ ਸਾਹਮਣੇ ਬੈਠਾ ਬੰਦਾ ਜਾਦੂਗਰ ਹੈ, ਇਹਨੇ ਜਾਦੂ ਕਰ ਦਿੱਤਾ ਮੇਰੀ ਕੌਮ ਤੇ, ਮੇਰੇ ਚੇਲਿਆਂ ਤੇ ਪੱਥਰ ਬਣਾ ਦਿੱਤੇ। ਜਦੋਂ ਸਾਰੇ ਮੰਤਰ ਪੜ੍ਹ ਲੈ ਨਾ, ਪੜ੍ਹੇ ਮੰਤਰ ਕੀਤੇ, ਲਿਖੇ ਜੰਤਰ ਕੀਤੇ, ਮਹਾਰਾਜ ਦਾ ਬਚਨ, ਕੋਈ ਮੰਤਰ ਨਹੀਂ ਚੱਲਿਆ, ਕੋਈ ਰਿਧੀ ਸਿੱਧੀ ਨਹੀਂ ਚੱਲੀ, ਤੇ ਪਤਾ ਲੱਗ ਗਿਆ ਵੀ ਇਹ ਮੇਰੇ ਤੋਂ ਵੱਡੀ ਤਾਕਤ ਬੈਠੀ ਹੈ ਮੇਰੇ ਸਾਹਮਣੇ। ਪੀਰ ਨੂੰ ਮੰਨਣਾ ਪਿਆ, ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆ ਕੇ ਮੱਥਾ ਟੇਕਿਆ, ਮਹਾਰਾਜ ਇਹਨਾਂ ਲੋਕਾਂ ਨੂੰ ਮਾਫ ਕਰੋ, ਅਸੀਂ ਤੁਹਾਡੀ ਬਚਨ ਨਾਲ ਸਹਿਮਤ ਹੋਵਾਂਗੇ, ਤੁਸੀਂ ਮੇਰੇ ਡੇਰੇ ਚੱਲੋ, ਪਰ ਇੱਕ ਵਾਰੀ ਇਹਨਾਂ ਨੂੰ ਪਹਿਲਾਂ ਛੱਡੋ ਜਿਹੜੇ ਤੁਸੀਂ ਬੰਨ੍ਹ ਲੈ। ਤੇ ਸਤਿਗੁਰਾਂ ਨੇ ਦੂਜੀ ਵਾਰੀ ਮੁਖੋਂ ਆਖਿਆ 7 ਕਰਤਾਰ, ਤੇ ਉਹ ਬਾਹਾਂ ਸਾਰਿਆਂ ਦੀਆਂ ਆਪਣੇ ਆਪ ਥੱਲੇ ਆ ਗਈਆਂ, ਠੀਕ ਹੋ ਗਈਆਂ, ਤੇ ਪੱਥਰ ਉਹਨਾਂ ਨੇ ਉੱਥੇ ਸੁੱਟ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਕੇ ਡੇਰੇ ਵਿੱਚ ਆ ਗਿਆ, ਤੇ ਉਹਨੇ ਫਿਰ ਨਾ ਜਿਹੜੀ ਵਿਚਾਰ ਹੈ ਨਾ ਗੁਰਮੁਖ ਹੁੰਦੀ ਹੈ ਆਮਣੇ ਸਾਹਮਣੇ। ਕਿਸੇ ਨੂੰ ਡੰਡੇ ਨਾਲ ਸੋਟੇ ਨਾਲ ਮਾਰਨਾ, ਮਾਰ ਕੇ ਤੁਸੀਂ ਮਾਰ ਤੇ ਸਕਦੇ ਹੋ ਪਰ ਵਿਚਾਰ ਨਹੀਂ ਮੇਟ ਸਕਦੇ। ਪੱਥਰ ਮਾਰ ਕੇ ਮਾਰੋਗੇ ਪਰ ਉਹਦੀ ਗੱਲ ਦਾ ਤੁਸੀਂ ਉੱਤਰ ਤੇ ਨਹੀਂ ਨਾ ਦੇ ਸਕੇ। ਗੱਲ ਇਹ ਹੈ ਵੀ ਸਾਹਮਣੇ ਬੈਠੋ ਤੇ ਸਵਾਲ ਜਵਾਬ ਕਰੋ, ਆਪੋ ਆਪਣਾ ਵਿਚਾਰ ਦਿਓ। ਫਿਰ ਬੈਠਾ ਪੀੜ ਸਾਹਮਣੇ ਤੇ ਕਹਿਣ ਲੱਗਾ ਵੀ ਮਹਾਰਾਜ ਗੱਲ ਇਹ ਆ ਵੀ ਸਾਡੇ ਗ੍ਰੰਥ ਵਿੱਚ 7 ਹੀ ਲਿਖੇ ਨੇ, ਤੁਸੀਂ ਲੱਖਾਂ ਕਹਿੰਦੇ ਪਏ ਹੋ, ਅਸੀਂ ਕਦੇ ਲੱਖਾਂ ਕਿਸੇ ਤੋਂ ਸੁਣੇ ਨਹੀਂ, ਸਾਨੂੰ ਤੁਹਾਡੀ ਗੱਲ ਨਵੀਂ ਲੱਗੀ ਹੈ, ਪਰ ਅਸੀਂ ਆਪਣੇ ਗ੍ਰੰਥ ਦੇ ਉੱਪਰ ਪੂਰਾ ਭਰੋਸਾ ਰੱਖਦੇ ਹਾਂ, ਅਸੀਂ ਉਹ ਤੋਂ ਬਾਹਰ ਨਹੀਂ ਜਾ ਸਕਦੇ। ਵੇਖੋ ਮੁਸਲਮਾਨ ਧਰਮ ਕਿਹੋ ਜਿਹਾ, ਆਪਾਂ ਕਹਿ ਦਿੰਦੇ ਹਾਂ ਵੀ ਉਹ ਬੜੇ ਨਿਰਦਈ ਨੇ, ਉਹ ਬੰਦਾ ਮਾਰਦੇ ਨੇ, ਤੜਫਾ ਕੇ ਮਾਰਦੇ, ਕੋਹ ਕੇ ਮਾਰਦੇ, ਪਰ ਆਪਣੇ ਗ੍ਰੰਥ ਤੋਂ ਬਾਹਰ ਨਹੀਂ ਜਾਂਦੇ ਉਹ।
ਤੇ ਸਾਡੇ ਤੇ ਸਾਹਮਣੇ ਕੋਈ ਨੀਲੀ ਪੱਗ ਵਾਲਾ ਆ ਕੇ ਬੈਠ ਜਾਏ, ਕੋਈ ਚਿੱਟੀ ਵਾਲਾ ਬੈਠ ਜਾਵੇ, ਜੋ ਮਰਜ਼ੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੁਣਾਈ ਜਾਵੇ, ਕਹੀ ਜਾਵੇ, 10 ਗੁਰੂਆਂ ਨੂੰ ਗਲਤ ਬੋਲੀ ਜਾਵੇ, ਅਸੀਂ ਬੈਠੇ ਸੁਣਦੇ ਰਹਿੰਦੇ ਚੁੱਪ ਕਰਕੇ। ਅਸੀਂ ਕੋਈ ਨਹੀਂ ਉਹਦਾ ਜਵਾਬ ਦਿੰਦੇ ਵੀ ਇਹ ਕੀ ਹੋ ਰਿਹਾ ਹੈ। ਪੀਰ ਨੇ ਆਖਿਆ ਮਹਾਰਾਜ ਤੁਸੀਂ ਸਹੀ ਹੋਵੋਗੇ, ਪਰ ਸਾਡਾ ਗ੍ਰੰਥ ਵੀ ਸਹੀ ਹੈ, ਅਸੀਂ ਕਿਵੇਂ ਮੰਨੀਏ? ਅਸੀਂ ਤੇ ਤਾਂ ਮੰਨੀਏ ਜੇ ਅੱਖਾਂ ਨਾਲ ਵੇਖੀਏ। ਹੁਣ ਗੁਰੂ ਨਾਨਕ ਦੇਵ ਤੇ ਮਹਾਰਾਜ ਸਮਰੱਥ ਨੇ ਨਾ, ਆਪਾਂ ਸਮਰੱਥ ਨਹੀਂ। ਮਹਾਰਾਜ ਕਹਿਣ ਲੱਗੇ ਪੀਰ ਜੀ ਕਿਹੜੀ ਵੱਡੀ ਗੱਲ ਹੈ, ਚਲੋ ਨਾਲ ਤੁਹਾਨੂੰ ਵਿਖਾ ਦਈਏ ਪਤਾਲ ਤੇ ਆਕਾਸ਼ ਜਿੰਨੇ ਵੇਖਣੇ ਚਾਹੁੰਦੇ ਹੋ। ਤੇ ਪੀਰ ਨੇ ਆਖਿਆ ਵੀ ਮਹਾਰਾਜ ਮੈਂ ਤੇ ਹੋ ਗਿਆ ਬੁੱਢਾ ਵਡੇਰਾ, ਮੇਰੀ ਤਾਂ ਹੁਣ ਉਮਰਾ ਹੋ ਗਈ ਹੈ ਖਾਸੀ, ਚੱਲਣਾ ਫਿਰਨਾ ਔਖਾ ਹੈ, ਮੇਰੇ ਪੁੱਤਰ ਨੂੰ ਨਾਲ ਲੈ ਜਾਓ, ਇਹਨੂੰ ਵਿਖਾ ਦਿਓ। ਜੇ ਇਹ ਵੇਖ ਕੇ ਮੈਨੂੰ ਆ ਕੇ ਕਹੇਗਾ ਤੇ ਮੈਨੂੰ ਮੇਰੇ ਪੁੱਤਰ ਤੇ ਯਕੀਨ ਹੈ, ਮੈਂ ਮੰਨ ਲਵਾਂਗਾ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਮਹਾਰਾਜ ਕਹਿੰਦੇ ਵੀ ਠੀਕ ਹੈ। ਉਹਦੀ ਬਾਂਹ ਫੜੀ ਬੱਚੇ ਦੀ ਤੇ ਸਤਿਗੁਰੂ ਕਹਿੰਦੇ ਅੱਖਾਂ ਬੰਦ ਕਰ ਲਾ। ਬੈਠੇ ਉੱਥੇ ਹੀ ਨੇ, ਅੱਖਾਂ ਬੰਦ ਕਰਾਈਆਂ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਜਦੋਂ ਅੱਖਾਂ ਬੰਦ ਕੀਤੀਆਂ, ਇੱਕ ਲੋਕ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਗਏ, ਸੰਗਤ ਉੱਠ ਕੇ ਖੜੀ ਹੋ ਗਈ। ਗੁਰੂ ਨਾਨਕ ਦੇਵ ਆਏ, ਸਾਰਿਆਂ ਨੇ ਮੱਥਾ ਟੇਕਿਆ। ਪੀਰ ਦਾ ਬੱਚਾ ਕਹਿੰਦਾ ਮਹਾਰਾਜ ਨਿਸ਼ਾਨੀ ਲੈ ਚੱਲੀਏ, ਥੱਲੇ ਜਾ ਕੇ ਦੱਸਾਂਗੇ ਨਾ ਵੀ ਮੈਂ ਆਹ ਵੇਖੋ ਨਿਸ਼ਾਨੀ ਲੈ ਕੇ ਆਇਆ। ਇੱਕ ਕੱਚ ਦਾ ਬਾਟਾ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਪ੍ਰਸ਼ਾਦ ਪਾ ਲਿਆ, ਕਿਣਕਾ ਮਾਤਰ। ਮਹਾਰਾਜ ਕਹਿੰਦੇ ਚੱਲ ਅੱਗੇ ਚੱਲੀਏ। ਦੂਜੇ ਲੋਕ ਵੇ ਚਲੇ ਗਏ, ਉੱਥੇ ਵੀ ਸੰਗਤ ਨਾਮ ਜਪਦੀ ਪਈ, ਉੱਥੋਂ ਵੀ ਇੱਕ ਕਿਣਕਾ ਲੈ ਲਿਆ। ਚੱਲ ਫਿਰ ਅੱਗੇ ਚੱਲੀਏ। ਤੀਜੇ ਵਿੱਚ, ਚੌਥੇ ਵਿੱਚ, ਪਤਾ ਨਹੀਂ ਕਿੰਨੇ ਲੋਕਾਂ ਵਿੱਚ ਲੈ ਕੇ ਮਹਾਰਾਜ ਚਲੇ ਗਏ। ਬਾਟਾ ਪ੍ਰਸ਼ਾਦ ਦੇ ਨਾਲ ਭਰ ਗਿਆ, ਕਿਣਕਾ ਕਿਣਕਾ ਪਾਉਂਦੇ ਆ। ਪੀਰ ਦੇ ਬੱਚੇ ਨੇ ਆਖਿਆ ਮਹਾਰਾਜ ਗ੍ਰੰਥ ਸੱਤ ਕਹਿੰਦਾ, ਤੁਸੀਂ ਲੱਖ ਕਹਿੰਦੇ ਹੋ, ਲੱਖਾਂ ਤੋਂ ਵੀ ਕਈ ਲੱਖ ਕਹਿੰਦੇ ਹੋ, ਪਰ ਆਹ ਬਾਟਾ ਭਰਦਿਆਂ ਭਰਦਿਆਂ ਪਤਾ ਨਹੀਂ ਆਪਾਂ ਕਿੰਨੇ ਲੋਕਾਂ ਵਿੱਚ ਜਾ ਆਏ ਆ, ਕਿੰਨੇ ਪਤਾਲਾਂ ਆਕਾਸ਼ਾਂ ਦੀ ਸੈਰ ਹੋ ਗਈ ਹੈ। ਮੈਨੂੰ ਹੁਣ ਯਕੀਨ ਹੋ ਗਿਆ, ਚਲੋ ਆਪਾਂ ਵਾਪਸ ਚੱਲੀਏ, ਸਮਾਂ ਬੜਾ ਹੋ ਗਿਆ ਘਰੋਂ ਆਇਆ। ਤੇ ਸਤਿਗੁਰੂ ਕਹਿਣ ਲੱਗੇ ਵੀ ਜੇ ਤੇਰੀ ਨਿਸ਼ਾ ਹੋ ਗਈ ਹੈ ਤੇ ਚੱਲ ਫਿਰ ਆਪਾਂ ਚੱਲ ਪੈਂਦੇ। ਜਦੋਂ ਵਾਪਸ ਆਏ ਨਾ, ਤੇ ਮਹਾਰਾਜ ਨੇ ਲਿਖਿਆ ਵੀ ਅੱਖ ਫੁਰਕ ਵਿੱਚ ਸਭ ਦਿਖਲਾਈ। ਉਹ ਇੱਕ ਛਿਣ ਵਿੱਚ ਹੀ ਵਾਪਸ ਆ ਗਏ। ਤੇ ਪੀਰ ਕਹਿਣ ਲੱਗਾ ਵੀ ਹੁਣੇ ਤੇ ਤੂੰ ਗਿਆ, ਅਜੇ ਮਿੰਟ ਵੀ ਨਹੀਂ ਹੋਇਆ ਤੈਨੂੰ ਗਏ ਨੂੰ, ਤੇ ਤੂੰ ਏਡੀ ਛੇਤੀ ਘੁੰਮ ਵੀ ਆਇਆ। ਕਹਿਣ ਲੱਗਾ ਬਾਪੂ ਤੂੰ ਆਖਦਾ ਵੀ ਅਜੇ ਮਿੰਟ ਹੋਇਆ, ਮੈਨੂੰ ਤੇ ਲੱਗਾ ਵੀ ਸਾਲ ਹੋ ਗਏ ਇੱਥੋਂ ਗਿਆ ਨੂੰ। ਆਹ ਵੇਖ ਤੇਰੇ ਵਾਸਤੇ ਪ੍ਰਸ਼ਾਦ ਲੈ ਕੇ ਆਇਆ ਵੱਖ-ਵੱਖ ਲੋਕਾਂ ਦਾ। ਮੈਂ ਤੇ ਜਿੱਥੇ ਵੀ ਗਿਆ ਗੁਰੂ ਨਾਨਕ ਨੂੰ ਵੇਖ ਕੇ ਸੰਗਤ ਖੜੀ ਹੋ ਕੇ ਨਮਸਕਾਰਾਂ ਕਰਦੀ ਹੈ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਭਾਵ ਇਹ ਹੈ ਗੁਰੂ ਦਾ ਹੁਕਮ ਕੱਲਾ ਇਸ ਲੋਕ ਵਿੱਚ ਨਹੀਂ ਚੱਲਦਾ। ਆਪਾਂ ਆਖੀਏ ਵੀ ਕੱਲਾ ਇਸ ਧਰਤੀ ਦੇ ਜਿੱਥੇ ਆਪਾਂ ਆਏ ਆ, ਗੁਰੂ ਦਾ ਹੁਕਮ ਤੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਸਤਿਗੁਰੂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ, ਜਿੱਥੇ ਵੀ ਜਾਂਦੇ ਨੇ ਉੱਥੇ ਵੀ ਉਹਨਾਂ ਦਾ ਹੁਕਮ ਹੀ ਚੱਲਦਾ। 10ਵੇਂ ਪਾਤਸ਼ਾਹ ਕਹਿਣ ਲੱਗੇ ਇਤ ਲੋਕ ਤੇ ਇਸ ਲੋਕ ਤੋਂ ਲੈ ਕੇ ਕੁਬੇਰ ਤੱਕ। ਕੁਬੇਰ ਜਿਹੜਾ ਹੈ ਨਾ, ਵਿਦਵਾਨਾਂ ਨੇ ਲਿਖਿਆ ਵੀ ਉਹ ਦੇਵਤਿਆਂ ਦਾ ਖਜ਼ਾਨਾ ਮੰਤਰੀ ਹੈ। ਜਿੰਨੇ ਦੇਵਤਿਆਂ ਦੇ ਖਜ਼ਾਨੇ ਨੇ ਉਹ ਸਾਰੇ ਕੁਬੇਰ ਦੇ ਕੋਲ ਨੇ। ਕੁਬੇਰ ਉਸ ਖਜ਼ਾਨੇ ਨੂੰ ਅੱਗੇ ਦੇਵਤਿਆਂ ਨੂੰ ਵੰਡਦਾ ਹੈ। ਤੇ ਕਹਿਣ ਲੱਗੇ ਵੀ ਇਸ ਲੋਕ ਤੋਂ ਲੈ ਕੇ ਕੁਬੇਰ ਤੱਕ ਗੁਰੂ ਦਾ ਹੁਕਮ ਚੱਲਦਾ। ਇੱਥੇ ਤੇ ਇੰਦਰ ਵਰਗੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋਤੇ ਹੋਏ, ਮਹਾਰਾਜ ਰਾਜ ਦੀ ਖੈਰ ਪਾ ਦਿਓ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਤ ਭੂ ਪਰ, ਉਥੋਂ ਲੈ ਕੇ ਤੇ ਫਿਰ ਜਿੰਨੇ ਵੀ ਲੋਕ ਨੇ, ਸਾਰੇ ਲੋਕਾਂ ਵਿੱਚ ਗੁਰੂ ਦੀ ਹੁਕਮ ਦੀ ਦੁਹਾਈ ਪੈਂਦੀ ਹੈ। ਗੁਰੂ ਦੇ ਹੁਕਮ ਦਾ ਝੰਡਾ ਹਰੇਕ ਥਾਂ ਤੇ ਚੜ੍ਹਿਆ। ਗੁਰੂ ਦਾ ਹੁਕਮ ਸਾਰੇ ਮੰਨਦੇ, ਇਸ ਕਰਕੇ ਸਾਰਿਆਂ ਥਾਵਾਂ ਤੇ ਗੁਰੂ ਸਮਰੱਥ ਹੈ। ਗੁਰੂ ਉਡੀਕੈਂਗੇ ਖਰੇ ਸਿੱਖ ਹੋਰ ਨਿਹਾਰੇ। ਸਤਿਗੁਰੂ ਜੀ ਆਪਣੇ ਸਿੱਖ ਨੂੰ ਉਡੀਕਦੇ ਨੇ 10,000 ਸਾਲ, ਇੱਕ ਦਿਨ ਨਹੀਂ, 2 ਦਿਨ ਨਹੀਂ। ਆਪਣੇ ਨਾਲ ਕਿਸੇ ਨੇ ਜਾਣਾ ਹੋਵੇ ਨਾ ਤੇ 5 ਮਿੰਟ ਕੋਈ ਲੇਟ ਹੋ ਜਾਵੇ ਤੇ ਆਪਾਂ ਗੱਡੀ ਦਾ ਹਾਰਨ ਉਹਨਾਂ ਚਿਰ ਬੰਦ ਨਹੀਂ ਕਰਦੇ ਮਾਰਨੋਂ ਜਿੰਨਾ ਚਿਰ ਘਰੋਂ ਨਿਕਲ ਕੇ ਗੱਡੀ 'ਚ ਨਹੀਂ ਬਹਿੰਦਾ।
ਤੇ ਫਿਰ ਜਦੋਂ ਬਹਿ ਜਾਂਦਾ ਫਿਰ ਉਹਨੂੰ ਚਾਰ ਖੋਟੀਆਂ ਖਰੀਆਂ ਸੁਣਾਈ ਦੀਆਂ ਵੀ ਮੈਂ ਇੰਨੇ ਚਿਰ ਤੋਂ ਉਡੀਕਦਾ ਪਿਆ, 5 ਮਿੰਟ ਲੇਟ ਹੋ ਗਏ। ਗੁਰੂ ਕਿਹਾ ਸਿੱਖਾ ਤੇਰਾ ਗੁਰੂ ਬੜਾ ਵੱਡਾ ਹੈ, 10,000 ਸਾਲ ਤੱਕ ਵੀ ਤੇਰੀ ਉਡੀਕ ਕਰਦਾ ਪਿਆ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, 1 ਸਦੀ ਨੂੰ, ਇੰਨੇ ਸਮੇਂ ਨੂੰ ਕਦੇ ਤੇ ਮੇਰੇ ਕੋਲ ਆਵੇਂਗਾ ਨਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ। ਇਹ ਹੈ ਗੁਰੂ ਦੀ ਸਮਰੱਥਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹੀਦਾਂ ਬਾਰੇ ਕਿਹੜਾ ਕਿਹੜਾ ਭਜਨ ਹੋਰ ਦੱਸਦੇ ਨੇ ਵੀ ਸ਼ਹੀਦ ਕਿਹਨੂੰ ਕਿਹਾ ਜਾਂਦਾ ਹੈ। ਇਹ ਵਿਚਾਰ ਅਗਲੀ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਥਾ ਹੈ ਨਾ ਛੂਟੀ ਹੈ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।